ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਉਹ ਦਿਹਾੜਾ ਹੈ ਜੋ 100 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਤੇ ਮਹੰਤ ਨਾਰਾਇਣ ਦਾਸ ਕੋਲੋਂ ਲਗਭਗ 150 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕਰਕੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਹ ਸਾਕਾ ਵਾਪਰਿਆ। ਉਸ ਦਿਹਾੜੇ ਦੀ ਯਾਦ ਵਿੱਚ ਅੱਜ ਅਸੀਂ ਜੋ ਵਿਚਾਰਾਂ ਸਾਂਝੀਆਂ ਕਰਨੀਆਂ ਹਨ, ਉਹਦਾ ਵੀ ਸਾਡਾ ਸਬਜੈਕਟ ਵਿਸ਼ਾ ਸਾਕਾ ਨਨਕਾਣਾ ਸਾਹਿਬ ਹੈ। ਸਿੱਖ ਇਤਿਹਾਸ ਨੂੰ ਜਦ ਅਸੀਂ ਦੇਖਦੇ ਹਾਂ, ਇਹਦੇ ਪੱਤਰਿਆਂ ਨੂੰ ਫੋਲਦੇ ਹਾਂ, ਇਤਿਹਾਸ ਦੇ ਪੰਨਿਆਂ ਵਿੱਚੋਂ ਸ਼ਾਇਦ ਹੀ ਕੋਈ ਪੰਨਾ ਐਸਾ ਮਿਲਦਾ ਹੋਵੇ ਜਿਸ ਪੰਨੇ ਉੱਤੇ ਕਿਸੇ ਨਾ ਕਿਸੇ ਸ਼ਹੀਦ ਦਾ ਖੂਨ ਨਾ ਲੱਗਾ ਹੋਵੇ। ਇਹ ਇਤਿਹਾਸ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਹੋਇਆ ਮਿਲਦਾ ਹੈ। ਇਸ ਇਤਿਹਾਸ ਤੇ ਕਿਤੇ ਤੱਤੀ ਤਵੀ ਦਾ ਸੇਕ, ਕਿਤੇ ਆਰੇ ਦੇ ਤਿੱਖੇ ਦੰਦੇ, ਕਿਤੇ ਦੇਗਾਂ ਦੇ ਉਬਾਲ, ਕਿਤੇ ਰੂਹ ਵਿੱਚ ਲਪੇਟ ਕੇ ਜਿਉਂਦੇ ਸਾੜੇ ਹੋਏ, ਦਿੱਲੀ ਦਾ ਉਹ ਚਾਂਦਨੀ ਚੌਂਕ। ਇਹ ਉਹ ਇਤਿਹਾਸ ਹੈ ਜਿੱਥੇ ਚਮਕੌਰ ਦਾ ਮੈਦਾਨ, ਸਰਹੰਦ ਦੀਆਂ ਨੀਹਾਂ, ਮਾਛੀਵਾੜੇ ਦਾ ਜੰਗਲ, ਖਦਰਾਣੇ ਦੀ ਢਾਬ, ਗੁਰਦਾਸ ਜੰਗਲ ਦੀ ਹਵੇਲੀ, ਗੁਰੂ ਨਾਨਕ ਦਾ ਜਨਮ ਸਥਾਨ ਨਨਕਾਣਾ ਸਾਹਿਬ, ਗੁਰੂ ਕਾ ਬਾਗ, ਗੰਗਸਰ ਜੈਤੋ, ਤੇ ਦੂਰ ਜਾਣ ਦੀ ਲੋੜ ਨਹੀਂ, 1984 ਵਿੱਚ ਵਾਪਰਿਆ ਹੋਇਆ ਅੰਮ੍ਰਿਤਸਰ ਦੀ ਧਰਤੀ ਦਰਬਾਰ ਸਾਹਿਬ ਦਾ ਉਹ ਸਾਕਾ ਹੈ ਜਿੱਥੇ ਅਨੇਕਾਂ ਨਹੀਂ, ਜਿੱਥੇ ਥੋੜੇ ਬਹੁਤੇ ਨਹੀਂ, ਅਨੇਕਾਂ ਹੀ ਸਿੱਖਾਂ ਨੇ ਇਸ ਸ਼ਹਾਦਤ ਦਾ ਜਾਮ ਪੀਤਾ ਹੈ। ਆਮ ਜਨਤਾ ਜੋ ਸਿੱਖ ਇਤਿਹਾਸ ਤੋਂ ਵਾਕਿਫ ਨਹੀਂ, ਪੂਰੀ ਹੈ, ਉਹ ਸਿੱਖ ਬਜ਼ੁਰਗਾਂ ਵੱਲੋਂ ਪਾਏ ਹੋਏ ਇਹਨਾਂ ਪੂਰਨਿਆਂ ਉੱਤੇ ਕਈ ਵਾਰ ਕਿੰਤੂ ਪ੍ਰੰਤੂ ਕਰਦੀ ਹੈ। ਇੱਕ ਸਵਾਲ ਪੈਦਾ ਹੋ ਜਾਂਦਾ ਹੈ, ਇਹ ਕਿਵੇਂ ਹੋ ਸਕਦਾ ਹੈ ਕੋਈ ਦੇਗਾਂ ਵਿੱਚ ਉਬਲ ਗਿਆ ਹੋਵੇ? ਕਿਵੇਂ ਹੋ ਸਕਦਾ ਹੈ ਕੋਈ ਰੰਬੀਆਂ ਨਾਲ ਖੋਪਰੀ ਲੋਹਾਰਿਆ ਹੋਵੇ? ਕਿਵੇਂ ਹੋ ਸਕਦਾ ਹੈ ਜਿਉਂਦੇ ਨੀਹਾਂ ਵਿੱਚ ਖੜੇ ਹੋ ਜਾਣਾ? ਕਿਵੇਂ ਹੁੰਦਾ ਹੈ, ਇਹ ਸੰਭਵ ਹੈ ਬੰਦ ਕਟਾ ਲੈਣਾ, ਆਰੇ ਨਾਲ ਜਿਉਂਦੇ ਚਿਰ ਜਾਣਾ? ਇਹ ਸੰਭਵ ਜੀ ਬਾਤ ਬਾਜਾਬਦੀ ਹੈ। ਪਰ 1 ਸਦੀ ਪਹਿਲਾਂ ਆਮ ਲਕਾਈ ਵੀ ਇਵੇਂ ਹੀ ਸੋਚਦੀ ਸੀ। ਉਸ ਵੇਲੇ ਇੱਕ ਐਸਾ ਸਾਕਾ ਵਾਪਰਿਆ ਜਿਸ ਨੇ ਪਿਛਲੇ ਇਤਿਹਾਸ ਨੂੰ ਦੁਹਰਾ ਦਿੱਤਾ, ਦੁਨੀਆ ਨੂੰ ਝੂਣ ਕੇ ਰੱਖ ਦਿੱਤਾ, ਤੇ ਉਹ ਸਾਕਾ ਹੈ ਸਾਕਾ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਸਥਾਨ ਹੈ, ਇਸ ਲਈ ਇਸ ਨੂੰ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਥਾਂ ਮਿਲਦੀ ਹੈ। ਨਨਕਾਣਾ ਸਾਹਿਬ ਦਾ ਸਾਕਾ ਜੋ 1921 ਦੇ ਵਿੱਚ ਵਾਪਰਿਆ, ਇਸ ਨੇ ਪੁਰਾਤਨ ਇਤਿਹਾਸ ਦੀ ਉਹ ਯਾਦਾਂ ਤਾਜ਼ਾ ਕਰਵਾ ਦਿੱਤੀਆਂ, ਤੇ ਆਉਣ ਵਾਲੇ ਇਤਿਹਾਸ ਲਈ ਵੀ ਇਹਦੀ ਵਿਸ਼ੇਸ਼ ਪੂਰਨੇ ਪਾ ਦਿੱਤੇ ਇਸ ਨਨਕਾਣਾ ਸਾਹਿਬ ਦੇ ਸਾਕੇ ਨੇ। ਇਸ ਸਾਕੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਕੁਝ ਪਿਛੋਕੜ ਵਿੱਚ ਜਾਣ ਦੀ ਜ਼ਰੂਰਤ ਪਵੇਗੀ, ਪਿਛਲੇ ਇਤਿਹਾਸ ਨੂੰ ਦੇਖਣ ਦੀ ਲੋੜ ਪਵੇਗੀ। ਅਸੀਂ ਵੇਖਦੇ ਹਾਂ
ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨ 1708 ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਪਹਿਲਾ ਸਿੱਖ ਰਾਜ ਕਾਇਮ ਕੀਤਾ ਗਿਆ। ਪਰ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 60-70 ਸਾਲ ਦਾ ਸਮਾਂ ਖਾਲਸੇ ਲਈ ਬੜੇ ਹੀ ਕਰੜੇ ਡਾਢੇ ਇਮਤਿਹਾਨ ਦਾ ਸਮਾਂ ਰਿਹਾ ਹੈ। ਹਕੂਮਤ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਤੁਲੀ ਹੋਈ ਸੀ ਔਰ ਜਿੱਥੇ ਵੀ ਗੁਰੂ ਕਾ ਸਿੱਖ ਮਿਲਦਾ ਉਹਨਾਂ ਦੇ ਇਨਾਮ ਰੱਖ ਦਿੱਤੇ ਗਏ, ਉਹਨਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ। ਘਰ ਘਰ ਛੱਡ ਕੇ ਸਿੰਘ ਜੰਗਲਾਂ ਬੇਲਿਆਂ ਵਿੱਚ ਚਲੇ ਗਏ। ਜੋ ਬਾਹਰ ਸਨ ਕੁਛ ਮਾਰੇ ਗਏ। ਅਜਿਹੀ ਹਾਲਤ ਵਿੱਚ ਗੁਰੂ ਦੇ ਅਸਥਾਨਾਂ ਦੀ ਸੇਵਾ ਸੰਭਾਲ ਸੰਭਵ ਨਹੀਂ ਸੀ। ਐਸੇ ਸਮੇਂ ਜੇਕਰ ਇਹ ਸਥਾਨ ਕਾਇਮ ਰਹੇ ਤਾਂ ਉਦਾਸੀ ਸੰਪਰਦਾਵਾਂ, ਨਿਰਮਲੇ ਮਹੰਤ, ਉਹਨਾਂ ਨੇ ਇਹਨਾਂ ਸੇਵਾ ਸੰਭਾਲ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਸ ਸਮੇਂ ਇਹਨਾਂ ਨੇ ਉਹ ਸੇਵਾ ਸੰਭਾਲ ਵਿੱਚ ਯੋਗਦਾਨ ਪਾਉਂਦਿਆਂ ਇਹਨਾਂ ਅੰਦਰ ਜੋ ਵਿਸ਼ਵਾਸ, ਨਿੱਜੀ ਵਿਸ਼ਵਾਸ ਤੇ ਪ੍ਰਚਲਿਤ ਸਨਾਤਨੀ ਪ੍ਰਭਾਵ ਸੀ, ਉਹਨਾਂ ਦੇ ਥੱਲੇ ਗੁਰਦੁਆਰਿਆਂ ਦੇ ਅੰਦਰ ਬ੍ਰਾਹਮਣੀ ਰੰਗਤ ਜਿਹੜੀ ਸੀ ਉਹ ਕਾਇਮ ਹੁੰਦੀ ਚਲੀ ਗਈ। ਦੇਵੀ ਦੇਵਤਿਆਂ ਦੀ ਮਨੋਕਲਪਤ ਤਸਵੀਰਾਂ, ਗੁਰੂ ਸਾਹਿਬਾਨ ਦੇ ਬੁੱਤ ਗੁਰਦੁਆਰਿਆਂ ਵਿੱਚ ਰੱਖੇ ਗਏ। ਗੁਰਦੁਆਰਿਆਂ ਦੀ ਹਾਲਤ ਹਿੰਦੂਆਂ ਦੇ ਬੁੱਤ ਰੱਖੇ ਜਾਣ ਵਾਲੇ ਠਾਕੁਰ ਦੁਆਰਿਆਂ ਵਾਂਗੂ ਬਣਾ ਦਿੱਤੇ ਗਏ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ, ਜਿਹਨੂੰ ਸਿੱਖ ਰਾਜ ਵੀ ਕਿਹਾ ਜਾਂਦਾ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਜਗੀਰਾਂ ਤੇ ਜਾਇਦਾਦਾਂ ਲਵਾਈਆਂ, ਗੁਰਦੁਆਰੇ ਅਮੀਰ ਕੀਤੇ, ਵੱਡੀਆਂ ਵੱਡੀਆਂ ਜਗੀਰਾਂ ਲੱਗ ਗਈਆਂ। ਪਰ ਅੰਦਰਲੀ ਮਰਿਆਦਾ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਦਖਲ ਨਾ ਦਿੱਤਾ। ਉਦਾਸੀਆਂ ਤੇ ਸੰਪਰਦਾਵਾਂ ਮਹੰਤਾਂ ਦੇ ਹੱਥ ਵਿੱਚ ਉਸੇ ਤਰ੍ਹਾਂ ਹੀ ਮੌਜੂਦ ਰਹੀ ਤੇ ਜੋ ਰੀਤੀਆਂ ਉਹ ਮਹੰਤ ਨਿਭਾ ਰਹੇ ਸਨ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਅਦਲਾ ਬਦਲੀ ਨਹੀਂ ਕੀਤੀ। ਇਸ ਦਾ ਮਤਲਬ ਇਹ ਹੈ, ਸਿੱਖ ਰਾਜ ਦੇ ਵੇਲੇ ਵੀ ਗੁਰਦੁਆਰੇ ਜ਼ਰੂਰ ਅਮੀਰ ਹੋ ਗਏ, ਪਰ ਸਿੱਖੀ ਜਿਹੜੀ ਸੀ ਉਸੇ ਤਰ੍ਹਾਂ ਹੀ ਗਰੀਬ ਚੱਲਦੀ ਰਹੀ। ਇਹ ਕਹਿ ਸਕਦੇ ਹਾਂ ਕਿ ਇਸ ਰਾਜ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਪਿਆ। ਇਸ ਤੋਂ ਬਾਅਦ ਅੰਗਰੇਜ਼ਾਂ ਦਾ ਸਮਾਂ ਆਉਂਦਾ ਹੈ। 1849 ਵਿੱਚ ਆਪਸੀ ਫੁੱਟ, ਡੋਗਰਿਆਂ ਦੀ ਗਦਾਰੀ, ਸਿੱਖ ਰਾਜ ਸਦਾ ਲਈ ਖਤਮ ਹੋ ਗਿਆ। ਇਸ ਲਈ ਦਰਬਾਰ ਸਾਹਿਬ, ਅੰਮ੍ਰਿਤਸਰ ਤੇ ਤਰਨਤਾਰਨ ਦੇ ਗੁਰਦੁਆਰੇ ਸਿੱਧੇ ਜਿਹੜੇ ਸਨ ਉਹ ਸਰਕਾਰ ਦੇ ਹੱਥਾਂ ਵਿੱਚ ਚਲੇ ਗਏ। ਇਹਨਾਂ ਦਾ ਪ੍ਰਬੰਧ ਅੰਗਰੇਜ਼ ਸਰਕਾਰ ਨੇ ਆਪਣੇ ਵੱਲੋਂ ਥਾਪੇ ਹੋਏ ਸਰਬਰਾਹਾਂ ਦੇ ਹੱਥ ਵਿੱਚ ਦੇ ਦਿੱਤਾ। ਹੋਰ ਗੁਰਦੁਆਰਿਆਂ ਵਿੱਚ ਵੀ ਮਹੰਤ ਤੇ ਪੁਜਾਰੀ ਜਿਹੜੇ ਸਨ ਉਹ ਸਰਕਾਰ ਦੇ ਹੱਥ ਚੁੱਕ ਕੇ ਬਣ ਗਏ। ਇਸ ਪ੍ਰਕਾਰ ਸਰਕਾਰ ਵੱਲੋਂ ਸ਼ਹਿ ਮਿਲਣ ਤੇ ਇਹ ਆਪਣੀਆਂ ਮਨਮਾਨੀਆਂ ਕਰਨ ਦਾ ਥਾਪੜਾ ਸਰਕਾਰ ਨੇ ਇਹਨਾਂ ਨੂੰ ਹੋਰ ਦੇ ਦਿੱਤਾ। ਇਸੇ ਦੌਰਾਨ ਸੰਨ 1873 ਵਿੱਚ ਸਿੰਘ ਸਭਾ ਲਹਿਰ ਦਾ ਆਰੰਭ ਹੁੰਦਾ ਹੈ। ਇਸ ਲਹਿਰ ਨੇ ਕੌਮ ਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਹੈ। ਵਿਦਿਆ ਦੇ ਪ੍ਰਚਾਰ ਦੇ ਨਾਲ ਨਾਲ ਸਿੱਖ ਧਰਮ ਤੇ ਸਿੱਖ ਰਹਿਤ ਮਰਿਆਦਾ ਨੂੰ ਠੀਕ ਅਰਥਾਂ ਵਿੱਚ ਸਿੱਖੀ ਰੰਗਤ ਦੇਣ ਦਾ ਕੰਮ ਇਸ ਸਿੰਘ ਸਭਾ ਲਹਿਰ ਨੇ ਕੀਤਾ ਹੈ। ਸਿੰਘ ਸਭਾ ਲਹਿਰ ਨੇ ਵੱਖਰੇ ਪ੍ਰਚਾਰਕ ਕੇਂਦਰ ਕਾਇਮ ਕੀਤੇ, ਜਿਨ੍ਹਾਂ ਨੂੰ ਸਿੰਘ ਸਭਾਵਾਂ ਕਿਹਾ ਜਾਂਦਾ ਸੀ। ਪਰੰਤੂ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਮਹੰਤਾਂ ਤੇ ਪੁਜਾਰੀਆਂ ਨੇ ਜੋ ਬ੍ਰਾਹਮਣੀ ਪ੍ਰਭਾਵ ਥੱਲੇ ਹੋਣ ਕਰਕੇ ਜੋ ਸਰਕਾਰ ਦੇ ਇਸ਼ਾਰੇ ਤੇ ਨੱਚਦੇ ਸਨ, ਉਹਨਾਂ ਨੇ ਸਿੰਘ ਸਭਾ ਲਹਿਰ ਦੇ ਅਸਰ ਨੂੰ ਨਾ ਕਬੂਲਿਆ। ਇਸ ਦੀ ਕੁਝ ਮਿਸਾਲਾਂ ਜਿਹੜੀਆਂ ਹਨ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਕਹੀਆਂ ਜਾਂਦੀਆਂ ਅਛੂਤ ਜਾਤੀਆਂ ਵਿੱਚੋਂ ਇੱਕ ਪ੍ਰਾਣੀ ਨੇ ਕੇਸ ਰੱਖ ਕੇ ਖੰਡੇ ਪਾਟੇ ਦਾ ਅੰਮ੍ਰਿਤ ਪਾਨ ਕਰ ਲਿਆ, ਆਪਣੇ ਸਾਰੇ ਪਰਿਵਾਰ ਨੂੰ ਸਿੰਘ ਸਜਾਇਆ। ਇਹ ਨਵਾਂ ਸਿੰਘ ਸਜਿਆ ਪਰਿਵਾਰ ਕੜਾਹ ਪ੍ਰਸ਼ਾਦ ਦਾ ਥਾਲ ਸਿਰ ਤੇ ਚੁੱਕ ਕੇ ਬੜੇ ਸਤਿਕਾਰ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਨੂੰ ਗਿਆ। ਪੁਜਾਰੀਆਂ ਨੇ ਨਾ ਕੇਵਲ ਇਸ ਦਾ ਲਿਆਂਦਾ ਹੋਇਆ ਪ੍ਰਸ਼ਾਦ ਮੋੜ ਦਿੱਤਾ, ਬਲਕਿ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਬਾਹਰ ਜਾ ਕੇ ਇਸ ਦੇ ਪਰਿਵਾਰ ਨੇ ਈਸਾਈ ਪਾਦਰੀ ਪਾਸੋਂ ਬੈਪਤਿਸਮਾ, ਜਿਹਨੂੰ ਬੈਪਟਿਜ਼ਮ ਅਸੀਂ ਕਹਿੰਦੇ ਹਾਂ, ਬੈਪਟਾਈਜ਼ ਹੋ ਕੇ ਈਸਾਈ ਮਤ ਧਾਰਨ ਕਰ ਲਿਆ। ਕੇਸ ਕਟਾ ਕੇ, ਟੋਪਾ ਪਹਿਨ ਕੇ, ਹੈਟ ਪਹਿਨ ਕੇ, ਇਹ ਸਮੁੱਚੀ ਰਹਿਣੀ ਈਸਾਈਆਂ ਵਾਲੀ ਬਣਾ ਕੇ, ਟਾਈ, ਪੈਂਟ, ਕੋਟ ਇਹਨੇ ਆਪਣੇ ਸਜਾ ਲਏ। ਕੁਝ ਸਮਾਂ ਪਾ ਕੇ ਇਹੋ ਈਸਾਈ ਰੋਹਬ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਆਇਆ
ਜਿਸ ਨੂੰ ਬੜੇ ਸਤਿਕਾਰ ਨਾਲ ਪੁਜਾਰੀਆਂ ਨੇ ਬੜਾ ਮਾਣ ਸਨਮਾਨ ਜਿਹੜਾ ਸੀ ਦੇ ਕੇ, ਸਰੂਪਾਂ ਦੇ ਕੇ ਸਨਮਾਨਿਤ ਕੀਤਾ ਗਿਆ। ਅਜਿਹੀਆਂ ਹਾਲਤਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ, ਜੋ ਪਹਿਲੀ ਵਿਸ਼ਵ ਜੰਗ ਦੇ, ਜਿਹਨੂੰ ਸੰਸਾਰ ਜੰਗ ਅਸੀਂ ਕਹਿੰਦੇ ਆ, ਵਰਲਡ ਵਾਰ ਕਹਿੰਦੇ ਆ, ਉਹਦੇ ਪਿੱਛੋਂ ਸ਼ੁਰੂ ਹੋਈ। 6-7 ਸਾਲ ਵਿੱਚ ਹੀ ਇਹ ਤਾਕਤਵਰ ਇਸ ਲਹਿਰ ਨੇ ਤਾਕਤਵਰ ਅੰਗਰੇਜ਼ ਸਰਕਾਰ ਨੂੰ ਹਫੜਾ ਦੌੜੀ ਮਚਾ ਦਿੱਤੀ। ਇਹਦੇ ਕਾਰਨ ਸਮਝਣੇ ਬੜੇ ਜ਼ਰੂਰੀ ਹਨ। ਅੰਗਰੇਜ਼ ਸਾਮਰਾਜ ਦੀ ਰਾਜਨੀਤੀ ਦੇ ਵਿੱਚ, ਰਣਨੀਤੀ ਦੇ ਵਿੱਚ ਪੰਜਾਬ ਇੱਕ ਵਿਸ਼ੇਸ਼ ਥਾਂ ਰੱਖਦਾ ਸੀ। ਇੱਥੋਂ ਦੇ ਮੁਸਲਮਾਨਾਂ ਤੇ ਸਿੱਖਾਂ ਦੀ ਭਰਤੀ ਵੇਲੇ ਪਹਿਲ ਮਿਲਦੀ ਸੀ। ਸਿੱਖਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ। ਅਡਵਾਇਰ ਦੀਆਂ ਨਜ਼ਰਾਂ ਵਿੱਚ ਹਿੰਦੁਸਤਾਨ ਵਿੱਚ ਫੌਜੀ ਸਥਿਤੀ ਦੀ ਕੁੰਜੀ ਪੰਜਾਬ ਦੇ ਵਿੱਚ ਹੈ। ਹਿੰਦੁਸਤਾਨੀ ਫੌਜ ਲਈ ਮੁਖੀ ਭਾਰਤੀ ਖੇਤਰ ਹੈ। ਜੰਗ ਦੇ 4 ਸਾਲਾਂ ਵਿੱਚ ਸਿੱਖਾਂ ਨੇ ਆਪਣੇ ਕੁਝ 25 ਲੱਖ ਦੀ ਆਬਾਦੀ ਵਿੱਚੋਂ ਘਟ ਕੇ, ਇਹ ਆਬਾਦੀ ਜਿਹੜੀ ਸੀ, ਇਹ ਕਹਿ ਸਕਦੇ ਹਾਂ ਕਿ ਘੱਟ ਆਬਾਦੀ ਵਿੱਚੋਂ ਵੀ 90% ਫੌਜੀ ਜਿਹੜੇ ਸਨ, ਇਹ ਅੰਗਰੇਜ਼ ਸਰਕਾਰ ਦੇ ਫੌਜ ਦੇ ਵਿੱਚ ਭਰਤੀ ਕਰਵਾਏ ਸਨ। ਇਹ ਉਹਦੀਆਂ ਲਿਖੀਆਂ ਹੋਈਆਂ ਕਿਤਾਬਾਂ ਮਿਲਦੀਆਂ ਹਨ। ਮੈਂ ਬਹੁਤਾ ਵਿਸਥਾਰ ਵਿੱਚ ਨਹੀਂ ਜਾਵਾਂਗਾ ਕਿਉਂਕਿ ਸਮਾਂ ਉਨਾ ਕੁ ਹੈ ਜਿਸ 'ਚ ਆਪਾਂ ਪੂਰੀ ਵਿਚਾਰ ਕਰਨੀ ਹੈ। ਇਹ ਸਾਰੀਆਂ ਜਿਹੜੀਆਂ ਉਹ 'ਚ ਮਿਲ ਜਾਂਦੀਆਂ ਹਨ। 1881 ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਇਜ਼ਟਨ ਲਾਰਡ ਰਿਪਨ ਜਿਹੜਾ ਸੀ, ਉਸਨੇ ਇੱਕ ਚਿੱਠੀ ਲਿਖੀ, ਜਿਸ ਵਿੱਚ ਉਸਨੇ ਇੱਕ ਗੱਲ ਲਿਖੀ ਕਿ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਅਜਿਹੀ ਕਮੇਟੀ ਦੇ ਹੱਥਾਂ ਵਿੱਚ ਜਾਣ ਦੀ ਆਗਿਆ ਦੇਣੀ ਜਿਹੜੀ ਗਵਰਨਮੈਂਟ ਦੇ ਕੰਟਰੋਲ ਤੋਂ ਆਜ਼ਾਦ ਹੋਵੇ ਜਾਂ ਆਜ਼ਾਦ ਹੋ ਚੁੱਕੀ ਹੋਵੇ, ਇਹ ਅੰਗਰੇਜ਼ਾਂ ਲਈ ਰਾਜਸੀ ਤੌਰ ਤੇ ਬਹੁਤ ਹੀ ਖਤਰਨਾਕ ਸਿੱਧ ਹੋਵੇਗਾ। ਤਾਂ ਅੰਗਰੇਜ਼ਾਂ ਦੇ ਸਿੱਖ ਆਗੂਆਂ ਨੂੰ ਆਪਣੇ ਸਵਾਰਥ ਲਈ ਢਾਲ ਲਿਆ ਸੀ। ਕੁਝ ਸਿੱਖ ਆਗੂ ਜਿਹੜੇ ਸਨ, ਮੈਂ ਬੇਨਤੀ ਕਰਾਂ, 2 ਸਿੰਘ ਸਭਾਵਾਂ ਚੱਲੀਆਂ ਹਨ। ਇੱਕ ਸਿੰਘ ਸਭਾ ਅੰਮ੍ਰਿਤਸਰ, ਇੱਕ ਸਿੰਘ ਸਭਾ ਲਾਹੌਰ। ਜਿਹੜੀ ਸਿੰਘ ਸਭਾ ਅੰਮ੍ਰਿਤਸਰ ਸੀ, ਇਹ ਜ਼ਿਆਦਾਤਰ ਅੰਗਰੇਜ਼ਾਂ ਦੇ ਨਾਲ ਭਾਈਬੰਦੀ ਜਾਂ ਸਾਂਝ ਬਣਾ ਕੇ ਚੱਲਣਾ ਚਾਹੁੰਦੀ ਸੀ। ਪਰ ਸਿੰਘ ਸਭਾ ਲਾਹੌਰ ਜਿਹੜੀ ਭਾਈ ਗੁਰਮੁਖ ਸਿੰਘ ਜੀ ਨੇ ਸ਼ੁਰੂ ਕੀਤੀ, ਜਿਹਦੇ ਵਿੱਚ ਬਾਅਦ ਵਿੱਚ ਗਿਆਨੀ ਦਿੱਤ ਸਿੰਘ ਜੋ ਆਰੀਆ ਸਮਾਜ ਦੇ ਪ੍ਰਚਾਰਕ ਸਨ, ਤੇ ਹੋਰ ਜਿਹੜੇ ਭਾਈ ਵੀਰ ਸਿੰਘ ਜੀ ਜਾਂ ਹੋਰ ਜਿਹੜੇ ਵਿਦਵਾਨ ਸਨ ਉਹਦੇ ਸ਼ਾਮਲ ਹੋਏ। ਉਹਨੇ ਸਿੱਖੀ ਦੇ ਲਈ ਬਹੁਤ ਹੀ ਐਸੇ ਮਹੱਤਵਪੂਰਨ ਕਾਰਜ ਕੀਤੇ ਹਨ ਜਿਹਨੂੰ ਅੱਜ ਵੀ ਸਿੱਖ ਜਗਤ ਜਿਹੜਾ ਹੈ ਉਹ ਯਾਦ ਕਰਦਾ ਹੈ। ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ, ਐਜੂਕੇਸ਼ਨ ਕਾਨਫਰੰਸਾਂ ਵਗੈਰਾ ਦੀ ਵਫਾਦਾਰੀ, ਅੰਗਰੇਜ਼ਾਂ ਦੀ ਵਫਾਦਾਰੀ ਨੇ ਸਿੱਖਾਂ ਦੀ ਸੋਚ ਸ਼ਕਤੀ ਨੂੰ ਤਾਲੇ ਲਾ ਦਿੱਤੇ। ਉਹਨਾਂ ਦੇ ਦਿਮਾਗ ਵਿੱਚ ਕੁੱਟ-ਕੁੱਟ ਕੇ ਭਰ ਦਿੱਤਾ ਕਿ ਅੰਗਰੇਜ਼ ਆਏ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੇਸ਼ੇਨਗੋਈ ਦੇ ਮੁਤਾਬਕ ਹਨ। ਮੈਕਾਲਫ ਨੇ ਇਸ ਸੰਬੰਧੀ ਵਿਚਾਰ ਲਿਖੇ ਹਨ। ਉਹ ਲਿਖਦਾ ਹੈ ਕਿ ਸਿੱਖ ਪਵਿੱਤਰ ਗ੍ਰੰਥ ਵਿੱਚ ਬ੍ਰਿਟਿਸ਼ ਲੋਕਾਂ ਦੀ ਵਫਾਦਾਰੀ ਦੇ ਹੁਕਮ ਦੀ ਪੇਸ਼ੇਨਗੋਈਆਂ ਰਾਹੀਂ ਕੀਤੇ ਗਏ ਹਨ। ਭਾਵ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਵਿਚਾਰ ਦਿੱਤੇ ਗਏ ਜੋ ਮੈਕਾਲਫ ਨੇ ਲਿਖਿਆ। ਉਸਦੇ ਵਿਚਾਰ ਇਹੋ ਜਿਹੀਆਂ ਪੇਸ਼ੇਨਗੋਈਆਂ ਜਿਨ੍ਹਾਂ ਨੂੰ ਸਿੱਖਾਂ ਨੇ ਬ੍ਰਿਟਿਸ਼ ਰਾਜ ਦਾ ਅਤਿਅੰਤ ਵਫਾਦਾਰ ਤੇ ਸ਼ਰਧਾਲੂ ਬਣਾ ਦਿੱਤਾ ਸੀ। ਇਹ ਲੰਬੀ ਚੌੜੀ ਇੱਕ ਦਾਸਤਾਨ ਹੈ ਜਿਹਦਾ ਵਰਣਨ ਆਪਾਂ ਇੱਥੇ ਨਹੀਂ ਕਰ ਸਕਦੇ। ਸਿਰਫ ਇੰਨੀ ਕੁ ਗੱਲ ਕਰ ਸਕਦੇ ਹਾਂ ਕਿ ਇਹਨਾਂ ਨੇ ਇਸ ਜਿਹੜੀ ਅੰਗਰੇਜ਼ ਹਕੂਮਤ ਸੀ, ਇਹਨਾਂ ਨੇ ਆਪਣੇ ਖਾਸ ਬੰਦਿਆਂ ਨੂੰ, ਸਰਬਰਾਹਾਂ ਨੂੰ ਇਹ ਚਿੱਠੀ ਭੇਜ ਦਿੱਤੀ, ਮੋਹਤਬਰ ਬੰਦਿਆਂ ਨੂੰ, ਵੀ ਜਿਹੜੇ ਸਿੰਘ ਸਭਾ ਲਹਿਰ ਲਾਹੌਰ ਦੇ ਹਨ ਉਹਨਾਂ ਵਿੱਚੋਂ ਸਾਵਧਾਨ ਰਿਹਾ ਜਾਵੇ। ਉਹਨਾਂ ਦੇ ਵਿੱਚੋਂ ਹਮੇਸ਼ਾ ਸਾਨੂੰ ਖਤਰਾ ਹੈ। ਇਹ ਸਿੰਘ ਸਭਾ ਜੋ ਨਿਰੋਲ ਗੁਰਮਤ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ, ਇਹਦੇ ਨਾਲ ਅੰਗਰੇਜ਼ ਸਰਕਾਰ ਦੇ, ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਿੱਲ ਜਾਣਗੀਆਂ। ਤਾਂ ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਸਿੰਘ ਸਭੀਆਂ ਤੋਂ ਖਬਰਦਾਰ ਇਸ ਕਰਕੇ ਵੀ ਰਹੋ ਕਿਉਂਕਿ ਇਹ ਰਮਦਾਸੀਆਂ ਨੂੰ, ਚੂੜਿਆਂ ਤੇ ਕਮੀਨਾਂ ਨੂੰ, ਇਹ ਲਫ਼ਜ਼ ਉਹਨਾਂ ਨੇ ਵਰਤੇ। ਮੈਂ ਸਿਰਫ ਇਸ ਕਰਕੇ ਵਰਤਿਆ ਹਾਂ ਸਾਨੂੰ ਸਾਰੀ ਗੱਲ ਸਮਝ ਆ ਜਾਏ। ਚੂੜਿਆਂ ਤੇ ਕਮੀਨਿਆਂ ਨੂੰ ਆਪਣੇ ਵੀ ਸ਼ਾਮਲ ਕਰ ਰਹੇ ਹਨ। ਇਸ ਲਈ ਇਹ ਦਰਬਾਰ ਸਾਹਿਬ ਆਉਣ ਤਾਂ ਇਹਨਾਂ ਨੂੰ ਮੂੰਹ ਨਾ ਲਾਓ। ਇਹ ਲਿਖਤੀ ਐਲਾਨ ਜਿਹੜੇ ਸਨ ਉਦੋਂ ਉਹਨਾਂ ਨੇ ਕਰ ਦਿੱਤੇ। ਅੰਗਰੇਜ਼ ਰਾਜ ਦੇ ਥੱਲੇ ਪੁਜਾਰੀ ਜਿਹੜੇ ਸਨ ਉਹ ਸਿੱਖ ਧਰਮ ਦੇ ਅਸੂਲ ਤਿਆਗ ਚੁੱਕੇ ਸਨ, ਬ੍ਰਿਟਿਸ਼ ਸਰਕਾਰ ਦੇ ਢਾਂਚੇ ਦਾ ਇੱਕ ਹਿੱਸਾ ਬਣ ਚੁੱਕੇ ਸਨ। ਇਹਨਾਂ ਸਿੱਖਾਂ ਨੂੰ ਗੁਲਾਮ ਬਣਾਈ ਰੱਖੋ, ਦੂਜੀਆਂ ਕੌਮਾਂ ਦੇ ਗੁਲਾਮ ਬਣਨ ਲਈ ਵਰਤੋ। ਇਹੋ ਹੀ ਉਸ ਵੇਲੇ ਸਰਕਾਰ ਦੀ ਪਾਲਿਸੀ ਸੀ ਜੋ ਅੰਗਰੇਜ਼ ਸਰਕਾਰ ਅਪਣਾ ਰਹੀ ਸੀ। ਅੰਗਰੇਜ਼ ਸਰਕਾਰ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕਦੇ ਵੀ ਆਪਣੇ ਹੱਥਾਂ ਵਿੱਚੋਂ ਨਹੀਂ ਸੀ ਛੱਡਣਾ ਚਾਹੁੰਦੀ। ਇਸ ਕਿਉਂਕਿ ਇਤਿਹਾਸਕ ਗੁਰਦੁਆਰਿਆਂ ਨਾਲ ਇੱਕ ਤਾਂ ਬੜੀ ਧਾਰਮਿਕ ਤਾਕਤ, ਧਾਰਮਿਕ ਸ਼ਕਤੀ ਤੇ ਦੌਲਤ ਜੁੜੀ ਹੋਈ ਸੀ। ਦੂਜੀ, ਗਵਰਨਮੈਂਟ ਨੇ ਲਗਾਤਾਰ ਇਸ ਦੌਲਤ ਤੇ ਤਾਕਤ ਨੂੰ ਆਪਣੇ ਰਾਜ ਤੇ ਰਾਜਸੀ ਹਿੱਤਾਂ ਦੇ ਲਈ ਵਰਤਣ ਦਾ ਸ਼ੁਰੂ ਤੋਂ ਹੀ ਇਹ ਕੰਮ ਚੱਲਦਾ ਆਇਆ ਹੈ। ਅੱਜ ਵੀ ਚੱਲ ਰਿਹਾ ਹੈ, ਉਸ ਵੇਲੇ ਵੀ ਚੱਲਦਾ ਸੀ। ਆਉਣ ਵਾਲਾ ਸਮਾਂ ਤਾਂ ਵਾਹਿਗੁਰੂ ਜਾਣਦਾ ਹੈ, ਲੇਕਿਨ ਇਹ ਗੁਰਦੁਆਰਿਆਂ ਦੀ ਵਰਤੋਂ ਰਾਜਸੀ ਤਾਕਤ ਲਈ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਔਰ ਅੱਜ ਵੀ ਉਸੇ ਵਰਤੋਂ ਜਿਹੜੀ ਹੈ ਉਹ ਹੋ ਰਹੀ ਹੈ।
ਇਹਦਾ ਇੱਕ ਮਿਸਾਲ ਸਾਨੂੰ ਮਿਲਦੀ 1919 ਦੀ ਵਿਸਾਖੀ ਤੇ ਅੰਮ੍ਰਿਤਸਰ ਜਲਿਆਂਵਾਲੇ ਬਾਗ ਦੇ ਸਥਾਨ ਤੇ ਬੇਅੰਤ ਸ਼ਹਿਰੀਆਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ, ਸੈਂਕੜੇ ਆਦਮੀ ਮਾਰ ਦਿੱਤੇ ਗਏ। ਇਸ ਤੋਂ ਬਾਅਦ ਪੰਜਾਬ ਵਿੱਚ ਕੁਝ ਫਸਾਦ ਵੀ ਹੋਏ, ਜਿਹਨੂੰ ਅਸੀਂ ਰਾਈਟਸ ਕਹਿੰਦੇ ਆ, ਉਹ ਵੀ ਹੋਏ। ਇਸ ਦੇ ਫਲਸਰੂਪ ਗਵਰਨਮੈਂਟ ਨੇ ਕਈ ਤਰ੍ਹਾਂ ਦੀਆਂ ਸਖਤੀਆਂ ਕੀਤੀਆਂ, ਮਾਰਸ਼ਲ ਲਾ ਲਾਏ, ਵਰਕਰਾਂ ਨੂੰ ਲੰਮੀਆਂ ਲੰਮੀਆਂ ਕੈਦਾਂ ਤੇ ਮੌਤ ਦੀਆਂ ਸਜ਼ਾਵਾਂ ਦਿੱਤੀਆਂ। ਕਸੂਰ ਵਿੱਚ ਸਖਤੀਆਂ, ਗੁਜਰਾਂਵਾਲੇ ਵਿੱਚ ਹਵਾਈ ਜਹਾਜ਼ਾਂ ਰਾਹੀਂ ਬੰਬਾਂ ਦੀ ਵਰਖਾ, ਅੰਮ੍ਰਿਤਸਰ ਵਿਖੇ ਲੋਕਾਂ ਨੂੰ ਢਿੱਡਾਂ ਪਾਰ ਚੱਲਣ ਲਈ ਮਜਬੂਰ ਕਰਨਾ, ਛੋਟੀਆਂ ਬੈਂਤ ਮਾਰ ਕੇ ਉਹਨਾਂ ਨੂੰ ਸਜ਼ਾਵਾਂ ਦੇਣੀਆਂ, ਔਰਤਾਂ ਦੀ ਬੇਪਤੀ ਕਰਨੀ, ਅਨੇਕਾਂ ਜ਼ੁਲਮ ਹਨ ਜਿਹੜੇ ਅੰਗਰੇਜ਼ ਸਰਕਾਰ ਨੇ ਉਸ ਵੇਲੇ ਕੀਤੇ। ਅੰਮ੍ਰਿਤਸਰ ਤੇ ਪੰਜਾਬ ਦੇ ਦਰਦਨਾਕ ਹਾਲਤ ਜੋ 1919 ਵਿੱਚ ਸਨ, ਉਹ ਇਹੋ ਜਿਹੇ ਬਣੇ ਹੋਏ ਸਨ। ਇਸੇ ਅੰਮ੍ਰਿਤਸਰ ਨੇ ਹੀ ਅਗਲੇ 5-6 ਸਾਲਾਂ ਵਿੱਚ ਇਸ ਅਕਾਲੀ ਤਹਿਰੀਕ ਦਾ ਇੱਕ ਐਸਾ ਗੜ ਬਣਨਾ ਸੀ ਤੇ ਸਿੱਖਾਂ ਨੂੰ ਜਥੇਬੰਦ ਕਰਨਾ ਸੀ ਕਿ ਅੰਗਰੇਜ਼ਾਂ ਦਾ ਰਾਜ ਨਾਲ ਡਟ ਕੇ ਟੱਕਰ ਜਿਹੜੀ ਸੀ ਉਹ ਲੈਣ ਦੀ ਹਿੰਮਤ ਪੈਦਾ ਕਰ ਦਿੱਤੀ। ਇਸ ਤੋਂ ਇਲਾਵਾ ਹੋਰ ਵੀ ਐਸੇ ਕਾਰਨ ਹਨ ਜਿਹੜੇ ਕਾਰਨਾਂ ਕਰਕੇ ਇਹ ਸਾਕਾ ਜਿਹੜਾ ਸੀ ਵਾਪਰਿਆ। ਪਰ ਇੱਕ ਸਭ ਤੋਂ ਵੱਡੀ ਗੱਲ ਵੀ ਅੰਗਰੇਜ਼ ਸਰਕਾਰ ਵਿੱਚ ਜਿਹੜਾ ਜਨਰਲ ਡਾਇਰ ਸੀ, ਉਹਨੂੰ ਅਰੂੜ ਸਿੰਘ ਜੋ ਆਪਣਾ ਥਾਪਿਆ ਹੋਇਆ ਸਰਬਰਾਹ ਸੀ ਅਕਾਲ ਤਖਤ ਦੇ ਉੱਤੇ, ਉਸ ਜਨਰਲ ਡਾਇਰ ਨੂੰ ਸੱਦ ਕੇ ਸਨਮਾਨਿਤ ਕੀਤਾ ਗਿਆ, ਉਹਨੂੰ ਸਿਰੋਪਾਓ ਦਿੱਤਾ ਗਿਆ। ਇਹਦੇ ਨਾਲ ਸਿੱਖ ਸਿਧਾਂਤਾਂ ਦੀ ਘੋਰ ਧੱਜੀਆਂ ਜਿਹੜੀਆਂ ਸੀ ਉਡਾਈਆਂ ਗਈਆਂ ਤੇ ਸਿੱਖ ਸਿਧਾਂਤਾਂ ਨੂੰ, ਇਹ ਕਹਿ ਲਓ ਲੋਕਾਂ ਦੀਆਂ ਨਜ਼ਰਾਂ ਵਿੱਚ ਸਿੱਖਾਂ ਨੂੰ, ਜਾਂ ਭਾਰਤ ਦੀਆਂ ਨਜ਼ਰਾਂ ਵਿੱਚ, ਭਾਰਤ ਵਾਸੀਆਂ ਦੀ ਨਜ਼ਰਾਂ ਵਿੱਚ ਸਿੱਖਾਂ ਨੂੰ ਬੜਾ ਨੀਵਾਂ ਦਿਖਾ ਦਿੱਤਾ ਗਿਆ। ਦੂਜਾ ਕਾਰਨ, ਗੁਰਦੁਆਰਿਆਂ ਦੀਆਂ ਜਿਹੜੀਆਂ ਜਾਇਦਾਦਾਂ ਸਨ ਉਹਨਾਂ ਨੂੰ ਵਰਤਣ ਦਾ ਹੱਕ ਕਾਨੂੰਨੀ ਤੌਰ ਤੇ ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਦੇ ਦਿੱਤਾ ਤੇ ਮਹੰਤਾਂ ਨੇ ਜਿਹੜਾ ਅਸੀਂ ਗੁਰਦੁਆਰਿਆਂ ਨੂੰ ਵਰਤਿਆ, ਉਹਨਾਂ ਦੇ ਹਾਲਾਤ ਜਿਹੜੇ ਸਨ ਉਹ ਬੜੇ ਕਿ ਤਰਸਯੋਗ ਹਾਲਤ ਸਨ ਉਸ ਵੇਲੇ, ਜਿਹੜੇ ਅਸੀਂ ਬਿਆਨ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਹੁਣ ਇੱਥੋਂ ਤਾਰੀਖ ਸ਼ੁਰੂ ਹੁੰਦੀ ਹੈ ਇਹਨਾਂ ਦੇ ਹਾਲਾਤਾਂ ਦੇ ਵਿੱਚੋਂ ਇਸ ਸਿੱਖੀ ਸੁਧਾਰ ਲਹਿਰ ਜਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਜਿਹੜੀ ਲਹਿਰ ਹੈ ਉਹ ਇਸ ਤਰ੍ਹਾਂ ਜਨਮ ਲੈਂਦੀ ਹੈ। ਅਕਾਲੀ ਲਹਿਰ ਦੇ ਵਿੱਚ ਇੱਕ ਜਥੇਦਾਰ ਅਖਬਾਰ ਛਪਦੀ ਸੀ ਉਦੋਂ, ਜਿਹਦੇ ਵਿੱਚ ਪ੍ਰਿੰਸੀਪਲ ਨਰਿੰਜਨ ਸਿੰਘ ਜੀ ਅਕਾਲੀ ਲਹਿਰ ਦੀਆਂ ਕੁਝ ਯਾਦਾਂ ਦੇ ਵਿੱਚ, ਜਿਨ੍ਹਾਂ ਨੇ 1967 ਦੇ ਵਿੱਚ 13 ਅਗਸਤ 1967 ਨੂੰ ਇੱਕ ਲੇਖ ਲਿਖਿਆ ਸੀ, ਅਕਾਲੀ ਲਹਿਰ ਦੀਆਂ ਕੁਝ ਯਾਦਾਂ। ਉਹਨਾਂ ਦੇ ਵਿੱਚ ਉਹਨਾਂ ਨੇ ਬੜਾ ਕਮਾਲ ਦਾ ਜਿਹੜੇ ਲੇਖ ਸਨ ਉਹ ਉਹਨਾਂ ਹਾਲਾਤਾਂ ਨੂੰ ਬਿਆਨ ਕੀਤਾ ਸੀ ਜਿਹੜਾ ਨਨਕਾਣਾ ਸਾਹਿਬ ਦੇ ਉਸ ਵੇਲੇ ਵਾਪਰੇ ਸੀ। ਮੈਂ ਕੁਝ ਸੰਖੇਪ ਵਿੱਚ ਆਪ ਜੀ ਦੇ ਨਾਲ ਕੁਝ ਘਟਨਾਵਾਂ ਦਾ ਜ਼ਿਕਰ ਕਰਾਂਗਾ। ਇਹ ਕਿਉਂ ਹੋਇਆ। ਸਿੱਖਾਂ ਦੇ ਜਿਹੜੇ ਸਿੰਘ ਸਭਾ ਦੇ ਲਹਿਰ ਦੇ ਆਗੂ ਸਨ, ਉਹਨਾਂ ਨੇ ਲਾਇਲਪੁਰ ਦੇ ਵਿੱਚ ਇੱਕ ਮੀਟਿੰਗ ਕਰਕੇ ਇਹ ਨਿਰਣਾ ਕੀਤਾ ਕਿ ਇੱਕ ਪੰਜਾਬੀ ਅਖਬਾਰ ਕੱਢਿਆ ਜਾਵੇ। ਤਾਂ 21 ਮਈ 1920 ਨੂੰ ਅਕਾਲੀ ਨਾਮ ਦੇ ਹੇਠ ਇੱਕ ਪੰਜਾਬੀ ਦਾ ਅਖਬਾਰ ਸ਼ੁਰੂ ਕੀਤਾ ਗਿਆ। ਇਹ ਰੋਜ਼ਾਨਾ ਅਕਾਲੀ ਅਖਬਾਰ ਹੀ ਸੀ ਜਿਹੜਾ ਗੁਰਦੁਆਰਾ ਆਜ਼ਾਦੀ ਦੀ ਲਹਿਰ ਤੇ ਕੌਮੀ ਆਜ਼ਾਦੀ ਦੀ ਤਹਿਰੀਕ ਦਾ ਲੋਕਾਂ ਦੀ ਜ਼ੁਬਾਨ ਬਣ ਗਿਆ। ਇਸ ਅਖਬਾਰ ਦੇ ਪ੍ਰਬੰਧਕਾਂ ਨੇ ਹਰ ਕੁਰਬਾਨੀ ਕਰਨ ਲਈ ਪੱਕਾ ਇਰਾਦਾ ਧਾਰ ਲਿਆ ਸੀ। ਇਸ ਦ੍ਰਿੜਤਾ ਦੀ ਮਜ਼ਬੂਤੀ ਨਾਲ ਉਹਨਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ, ਜੇਲ੍ਹਾਂ ਦੀਆਂ ਸਖਤੀਆਂ, ਜ਼ਮਾਨਤਾਂ, ਉਹਨਾਂ ਦੀਆਂ ਜਾਤੀ ਜੁਰਮਾਨੇ, ਉਹਨਾਂ ਦੀਆਂ ਕੁਰਕੀਆਂ, ਇਹ ਸਾਰਾ ਕੁਝ ਕੁਰਬਾਨ ਜਿਹੜਾ ਸੀ ਉਹ ਸਹਿਣਾ ਪਿਆ। ਇਸ ਪਿੱਛੋਂ ਇੱਕ ਹਫ਼ਤਾਵਾਰੀ ਅਖਬਾਰ ਜਿਹੜਾ ਸੀ ਬੱਬਰ ਸ਼ੇਰ ਜਿਹੜਾ ਤੇ ਕਿਰਪਾਨ ਬਹਾਦਰ, ਉਹਨਾਂ ਨੇ ਵੀ ਇਹ ਸਿੱਖੀ ਲਹਿਰ ਨੂੰ ਜੋੜਨ ਦੇ ਲਈ, ਉਤਸ਼ਾਹ ਦੇਣ ਦੇ ਲਈ ਬਹੁਤ ਯੋਗਦਾਨ ਪਾਇਆ ਹੈ। ਮਾਸਟਰ ਸੁੰਦਰ ਸਿੰਘ ਦੀ ਲਾਇਲਪੁਰੀ ਜੋ ਅਕਾਲੀ ਅਖਬਾਰ ਦੇ ਜਿੰਦ ਜਾਨ ਸਨ, ਇਹਨਾਂ ਦੇ ਨਾਲ ਸਰਦਾਰ ਮੰਗਲ ਸਿੰਘ ਤੇ ਗਿਆਨੀ ਹੀਰਾ ਸਿੰਘ ਜੀ ਦਰਦ ਇਸ ਸੰਪਾਦਕਾਂ ਦੇ ਗਰੁੱਪ ਵਿੱਚ ਸਨ। ਮਾਸਟਰ ਸੁੰਦਰ ਸਿੰਘ ਜੀ ਨੇ ਹੀ 1909 ਵਿੱਚ ਇੱਕ ਪੈਫਲੇਟ ਛਾਪਿਆ ਸੀ ਕਿ ਖਾਲਸਾ ਕਾਲਜ ਸਿੱਖਾਂ ਦਾ ਹੈ। ਇਸ ਪੈਫਲੇਟ ਨੇ ਅੰਗਰੇਜ਼ ਸਰਕਾਰ ਨੂੰ ਇੱਕ ਵਾਰੀ ਚੱਕਰ ਲਿਆ ਦਿੱਤੇ ਸਨ। ਮਾਸਟਰ ਸੁੰਦਰ ਸਿੰਘ ਤੇ ਗਿਆਨੀ ਹੀਰਾ ਸਿੰਘ ਜੀ ਨੇ ਇਹ ਕਿਹਾ ਸੀ ਕਿ ਸਿੱਖ ਆਗੂਆਂ, ਗੁਰਦੁਆਰਿਆਂ ਤੇ ਮਹੰਤਾਂ ਦੇ ਰਾਜਿਆਂ ਨੇ ਅੰਗਰੇਜ਼ੀ ਰਾਜ ਦੀ ਵਫਾਦਾਰੀ, ਰਾਜ ਭਗਤੀ ਨੂੰ ਧਰਮ ਬਣਾ ਕੇ ਸਿੱਖ ਕੌਮ ਨੂੰ ਦੁਨੀਆ ਵਿੱਚ ਬਦਨਾਮ ਕਰਕੇ ਰੱਖ ਦਿੱਤਾ ਹੈ। ਹੁਣ ਸਾਨੂੰ ਮੈਦਾਨ ਵਿੱਚ ਨਿਤਰਨ ਦੀ ਲੋੜ ਹੈ ਔਰ ਕੁਝ ਕਰਨ ਦੀ ਲੋੜ ਹੈ ਕਿ ਅਸੀਂ ਇਸ ਮੈਦਾਨ ਵਿੱਚ ਨਿਤਰ ਕੇ ਸਿੱਖ ਕੌਮ ਦੀ ਆਬਰੂ ਤੇ ਅਣਖ ਨੂੰ, ਇੱਜ਼ਤ ਨੂੰ ਅਸੀਂ ਕਾਇਮ ਰੱਖ ਸਕੀਏ। 1920 ਦੇ ਵਿੱਚ ਅਕਾਲੀ ਲਹਿਰ ਅਖਬਾਰ ਦੇ ਨਿਕਲਦਿਆਂ ਹੀ ਹਵਾ ਦਾ ਰੁਖ ਜਿਹੜਾ ਸੀ ਉਹ ਬਦਲਣਾ ਸ਼ੁਰੂ ਹੋਇਆ। ਸਿੱਖਾਂ ਵਿੱਚ ਨਵੀਂ ਸਪਿਰਿਟ ਪੈਦਾ ਹੋਈ। ਇਸ ਵੇਲੇ ਤੱਕ ਗੁਰਦੁਆਰਿਆਂ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਕੇਂਦਰੀ ਜਥੇਬੰਦੀ ਨਹੀਂ ਸੀ ਬਣੀ। ਅਕਾਲੀ ਦੇ ਧੜਾਧੜ ਪ੍ਰਚਾਰ ਦਾ ਇਹ ਸਿਰ ਹੋਇਆ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਆਪਣੇ ਆਪ ਹੀ ਅਕਾਲੀ ਜਥੇ ਜਿਹੜੇ ਸਨ ਉਹ ਬਣਨ ਲੱਗ ਪਏ। ਅਕਾਲੀਆਂ ਦੇ ਹੌਸਲੇ ਦੀ
ਜੋ ਸ਼ੁਰੂਆਤ ਹੈ ਉਹ ਰਕਾਬਗੰਜ ਸਾਹਿਬ ਦੀ ਦੀਵਾਰ ਦੇ ਮੋਰਚੇ ਤੋਂ ਹੁੰਦੀ ਹੈ, ਜਦੋਂ ਸਰਦਾਰ ਸਰਦੂਲ ਸਿੰਘ ਜੀ ਕਵੀਸ਼ਰ ਨੇ ਅਕਾਲੀ ਅਖਬਾਰ ਵਿੱਚ ਇੱਕ ਲੇਖ ਛਾਪ ਕੇ 100 ਸਿੰਘਾਂ ਦਾ ਸ਼ਹੀਦੀ ਜੱਥਾ ਤਿਆਰ ਕਰਨ ਦੀ ਅਪੀਲ ਕੀਤੀ ਸੀ, ਤਾਂ ਸਰਦਾਰ ਦਾਨ ਸਿੰਘ ਵਿਸ਼ੋਆ ਤੇ ਝਬਾਲੀਏ ਭਰਾ ਜਿਹੜੇ ਸਨ ਅਮਰ ਸਿੰਘ ਤੇ ਸਰ ਜਸਵੰਤ ਸਿੰਘ ਦੇ ਨਾਂ ਲਿਖਣੇ ਸ਼ੁਰੂ ਕੀਤੇ ਸਨ। ਉਦੋਂ ਸ਼੍ਰੋਮਣੀ ਅਕਾਲੀ ਦਲ ਅਜੇ ਬਣਿਆ ਨਹੀਂ ਸੀ। ਵਿਰਲੇ ਮਾਝਾ ਦੀਵਾਨ, ਵੀਰ ਖਾਲਸਾ ਦੀਵਾਨ, ਅਕਾਲੀ ਦਲ ਖਰਾ ਸੌਦਾ, ਅਕਾਲੀ ਦਲ ਬਾਰ, ਇਹ ਜਥੇਬੰਦੀਆਂ ਬਣ ਚੁੱਕੀਆਂ ਸਨ। ਇਹਨਾਂ ਜਥਿਆਂ ਦੇ ਉਦਮ ਦੇ ਨਾਲ ਛੋਟੇ ਮੋਟੇ ਕਬਜ਼ੇ ਜਿਹੜੇ ਸਨ ਉਹ ਸ਼ੁਰੂ ਹੋ ਗਏ। ਇਸ ਤਰ੍ਹਾਂ ਇਹ ਲਹਿਰ ਜਿਹੜੀ ਸੀ ਆਪਣੇ ਸਿਖਰਾਂ ਦੇ ਉੱਤੇ ਪਹੁੰਚਦੀ ਰਹੀ। ਪਰ ਜੋ ਸਭ ਤੋਂ ਵੱਡਾ ਜ਼ਰੂਰੀ ਸੀ ਉਹ ਸੀ ਦਰਬਾਰ ਸਾਹਿਬ ਦਾ ਕੰਟਰੋਲ। ਦਰਬਾਰ ਸਾਹਿਬ ਦੇ ਕੰਟਰੋਲ ਨੂੰ ਕਿਵੇਂ ਕੀਤਾ ਜਾਵੇ, ਇਸ ਤੋਂ ਬਿਨਾਂ ਬਾਕੀ ਗੁਰਦੁਆਰਿਆਂ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਸੀ। ਇਸ ਲਈ ਸਿੱਖਾਂ ਦਾ ਧਿਆਨ ਦਰਬਾਰ ਸਾਹਿਬ ਦਾ ਮਹੰਤਾਂ ਨੂੰ ਹਟਾਉਣ ਵੱਲ ਕੇਂਦਰਿਤ ਹੋ ਗਿਆ। ਸ੍ਰੀ ਦਰਬਾਰ ਸਾਹਿਬ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਜ਼ਗੀਰਾਂ ਲਗਾਈਆਂ ਹੋਈਆਂ ਸਨ ਤੇ ਸਿੱਖ ਰਾਜ ਦੇ ਖਤਮ ਹੋਣ ਤੇ ਇਹ ਅੰਗਰੇਜ਼ਾਂ ਦੇ ਕਾਬੂ ਵਿੱਚ ਆ ਗਈ, ਕੰਟਰੋਲ ਵਿੱਚ ਆ ਗਈ। ਅਕਾਲੀ ਲਹਿਰ ਦੇ ਸ਼ੁਰੂ ਵਿੱਚ ਅੰਗਰੇਜ਼ਾਂ ਨੇ ਇਸ ਦਾ ਪ੍ਰਬੰਧ ਆਪਣੇ ਇੱਕ ਜੀ ਹਜੂਰੀਏ ਆਨਰੇਰੀ ਮਜਿਸਟਰ ਅਰੂੜ ਸਿੰਘ ਜਿਹੜਾ ਸੀ ਉਹਨੂੰ ਥਾਪਿਆ ਗਿਆ। ਧਰਮ ਤੇ ਖਿਲਾਫ ਦੀ ਜੜ ਤੇ ਇਸ ਸ਼੍ਰੋਮਣੀ ਗੁਰਦੁਆਰੇ ਦੀ ਦਸ਼ਾ ਬਹੁਤ ਹੀ ਉਸ ਵੇਲੇ ਨਿਗਰ ਚੁੱਕੀ ਸੀ। ਦਰਬਾਰ ਸਾਹਿਬ ਤੇ ਤਰਨਤਾਰਨ ਜਿਹੜਾ ਗੁਰਦੁਆਰਾ ਹੈ, ਦਰਬਾਰ ਸਾਹਿਬ ਤਰਨਤਾਰਨ, ਉਹਦੀ ਹਾਲਤ ਤਾਂ ਇਦੋਂ ਵੀ ਮਾੜੀ ਸੀ। ਇੱਕ ਉਦਾਹਰਨ ਸਿਰਫ ਦੇਣੀ ਚਾਹੁੰਦਾ ਹਾਂ। ਗੁਰਦੁਆਰਾ ਅੰਮ੍ਰਿਤਸਰ ਤੇ ਤਰਨਤਾਰਨ ਦੋਵੇਂ ਸਰਬਰਾਹ ਅਰੂੜ ਸਿੰਘ ਦੇ ਅਧੀਨ ਸਨ। ਸਿੰਘ ਸਭਾ ਤਰਨਤਾਰਨ ਦੀ ਰਿਪੋਰਟ ਵਿੱਚ ਤਰਨਤਾਰਨ ਦੀਆਂ ਪ੍ਰਕਰਮਾਂ ਵਿੱਚ ਹੋ ਰਹੇ ਦੁਰਾਚਾਰ ਬਾਰੇ ਕੁਝ ਗੱਲਾਂ ਦਰਜ ਹਨ ਜੋ ਭਾਈ ਮੋਹਨ ਸਿੰਘ ਵੈਦ ਨੇ ਆਪਣੇ ਪੁਸਤਕ ਦੇ ਪੰਨਾ ਨੰਬਰ 120 ਤੇ ਲਿਖੀਆਂ ਹਨ। ਉਹ ਲਿਖਦੇ ਨੇ, ਮੱਸਿਆ ਦਾ ਮੇਲਾ ਪੰਜਾਬ ਵਿੱਚ ਪਹਿਲੇ ਦਰਜੇ ਦੇ ਗੰਦੇ ਮੇਲਿਆਂ ਵਿੱਚ ਗਿਣਿਆ ਜਾਂਦਾ ਸੀ। ਬਾਹਰ ਤੋਂ ਆਏ ਲੋਕ ਸ਼ਰਾਬ ਪੀ ਕੇ ਪ੍ਰਕਰਮਾਂ ਵਿੱਚ ਆਉਂਦੇ, ਗੁੰਡਿਆਂ ਤੇ ਬਦਮਾਸ਼ਾਂ ਦੀਆਂ ਟੋਲੀਆਂ ਪ੍ਰਕਰਮਾਂ ਵਿੱਚ ਦੋੜੇ ਲਾਉਂਦੀਆਂ, ਗੰਦ ਬਕਦੀਆਂ, ਨਾਚਿਆਂ ਦੇ ਨਾਚ ਹੁੰਦੇ, ਬੇਰਾਂ ਤੇ ਲੱਡੂਆਂ ਦੀਆਂ ਝੋਲੀਆਂ ਬੀਬੀਆਂ ਤੇ ਖਾਲੂ ਖਾਉਂਦੀਆਂ, ਮੱਛਰੇ ਹੋਏ ਗੱਭਰੂ ਮੋਢਿਆਂ ਤੇ ਡਾਂਗਾ ਰੱਖ ਕੇ ਬੱਕਰੇ ਬੁਲਾਉਂਦੇ ਤੇ ਛੇੜਖਾਨੀਆਂ ਕਰਦੇ, ਧੱਕੇ ਪੈਂਦੇ, ਲੜਾਈਆਂ ਹੁੰਦੀਆਂ, ਕਈਆਂ ਦੇ ਸਿਰ ਖੁੱਲ ਜਾਂਦੇ, ਬੀਬੀਆਂ ਦੀ ਬੇਪਤੀ ਹੁੰਦੀ, ਚੋਰੀਆਂ ਹੁੰਦੀਆਂ, ਦਰਸ਼ਨੀ ਡਿਓੜੀ ਦੇ ਅੱਗੇ ਕੰਜਰੀਆਂ ਦੇ ਮੁਜ਼ਰੇ ਹੁੰਦੇ, ਰਾਸਾਂ ਪੈਂਦੀਆਂ। ਇਹ ਹਾਲਾਤ ਉਸ ਵੇਲੇ ਦਰਬਾਰ ਸਾਹਿਬ ਤਰਨਤਾਰਨ ਦੀ ਜੋ ਭਾਈ ਮੋਹਨ ਸਿੰਘ ਵੈਦ ਜੀ ਨੇ ਲਿਖੀ ਹੈ। ਲਗਭਗ ਇਹੋ ਜਿਹੀ ਹਾਲਤ ਹੀ ਉਸ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵੀ ਸਨ। ਮੱਸਿਆ ਤੇ ਦੀਵਾਲੀ ਦੇ ਦਿਹਾੜਿਆਂ ਤੇ ਭ੍ਰਿਸ਼ਟਾਚਾਰ, ਦੁਰਾਚਾਰ, ਸ਼ਰਧਾਲੂ ਸਿੱਖ ਇੰਨੇ ਦੁਖੀ ਸਨ ਕਿ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ ਇਹ ਜਿਹੜਾ ਸੀ ਕੋਈ ਟਿਹਾ ਆਪਣੇ ਚੁੱਕ ਲਿਆ। ਇੱਕ ਜਿਹੜੀ ਕਹਾਣੀ ਹੋਰ ਆਉਂਦੀ ਹੈ ਵੀ ਸਿੰਘ ਸਭਾ ਲਹਿਰ ਨੇ ਬਹੁਤ ਸਾਰੇ ਜਿਹੜੇ ਕਹੇ ਜਾਂਦੇ ਰਵਿਦਾਸੀ ਜਾਂ ਕਹੇ ਜਾਂਦੇ ਮਜ਼੍ਹਬੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ। ਅੰਮ੍ਰਿਤਸਰ ਇਹਨਾਂ ਦੀ ਕਾਫੀ ਗਿਣਤੀ ਸੀ। ਖਾਲਸਾ ਬਰਾਦਰੀ ਦੇ ਨਾਮ ਹੇਠ ਸਾਲਾਨਾ ਦੀਵਾਨ ਕਰਦੇ ਸਨ। ਸੰਨ 1920 ਦੇ ਅਕਤੂਬਰ 11-12 ਤਰੀਕ ਨੂੰ ਇਹ ਸਾਲਾਨਾ ਦੀਵਾਨ ਕੀਤਾ, ਜਿੱਥੇ ਅੰਮ੍ਰਿਤ ਪ੍ਰਚਾਰ ਹੋਇਆ। ਉੱਥੇ ਨਵੇਂ ਸਿੰਘਾਂ ਸਮੇਤ ਇਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ, ਨਵੇਂ ਸਜੇ ਸਿੰਘਾਂ ਸਮੇਤ ਇਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਦਰਬਾਰ ਸਾਹਿਬ ਆਏ। ਖਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਤੇ ਵਿਦਿਆਰਥੀ ਵੀ ਇਹਨਾਂ ਦੇ ਨਾਲ ਸਨ, ਜਿਨ੍ਹਾਂ ਵਿੱਚੋਂ ਪ੍ਰੋਫੈਸਰ ਤੇਜਾ ਸਿੰਘ ਜੀ, ਬਾਬਾ ਹਰਕਿਸ਼ਨ ਸਿੰਘ ਜੀ, ਸਰਦਾਰ ਨਿਰੰਜਨ ਸਿੰਘ ਜੀ। ਜਦੋਂ ਪੁਜਾਰੀਆਂ ਨੇ ਇਹਨਾਂ ਦਾ ਅਰਦਾਸਾ ਨਾ ਕੀਤਾ ਤਾਂ ਸਰਦਾਰ ਕਰਤਾਰ ਸਿੰਘ ਜੀ ਝੱਬਰ, ਤੇਜਾ ਸਿੰਘ ਜੀ ਪੁੱਚਰ ਹਥਿਆਰਬੰਦ ਹੋ ਕੇ ਪਹੁੰਚ ਗਏ। ਇਸ ਤਰ੍ਹਾਂ ਇਹਨਾਂ ਦਾ ਅਰਦਾਸਾ ਉਹਨਾਂ ਨੇ ਆਪ ਕੀਤਾ। ਦਰਬਾਰ ਸਾਹਿਬ ਦੇ ਪੁਜਾਰੀ ਡਰਦੇ ਮਾਰੇ ਦੌੜ ਗਏ। ਕਬਜ਼ਾ ਅਕਾਲੀਆਂ ਦਾ ਹੋ ਗਿਆ। ਫਿਰ ਸਾਰੀ ਸੰਗਤ ਅਕਾਲ ਤਖਤ ਸਾਹਿਬ ਗਈ। ਦੇਖਿਆ ਕਿ ਉੱਥੋਂ ਵੀ ਪੁਜਾਰੀ ਨੱਠ ਗਏ ਹਨ। ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੀ ਸੰਗਤਾਂ ਨੇ ਆਪਣੇ ਹੱਥ ਵਿੱਚ ਲੈ ਲਿਆ। 25 ਮੈਂਬਰਾਂ ਦੀ ਕਮੇਟੀ ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਬਣਾਈ ਗਈ। ਗੁਰਦੁਆਰੇ ਦਾ ਨਵਾਂ ਸਰਬਰਾਹ ਸਰਦਾਰ ਸੁੰਦਰ ਸਿੰਘ ਰਾਮਗੜੀਆ ਜੀ ਨੂੰ ਮੁਕਰਰ ਕੀਤਾ ਗਿਆ। 12-13 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਨੇ ਸਰਬਰਾਹ ਤੇ ਕੁਝ ਉੱਘੇ ਸਿੱਖਾਂ ਨੂੰ 9 ਮੈਂਬਰਾਂ ਦੀ ਪ੍ਰਬੰਧਕ ਕਮੇਟੀ ਬਣਾ ਦਿੱਤੀ ਤੇ ਅਕਾਲ ਤਖਤ ਦਾ ਕਬਜ਼ਾ ਇਸ ਕਮੇਟੀ ਦੇ ਕੋਲ ਆ ਗਿਆ। ਇਹ ਜ਼ਿਕਰ ਸੰਨ 1920 ਦਾ ਹੈ। ਹੁਣ ਉਹ ਵਕਤ ਆ ਗਿਆ ਜਦੋਂ ਕੇਂਦਰੀ ਜਥੇਬੰਦੀ ਦੀ ਜ਼ਰੂਰਤ ਸੀ, ਜਿਨ੍ਹਾਂ ਨੂੰ ਬਹੁਤ ਲੋੜ ਸੀ ਉਸ ਵੇਲੇ। ਇਸ ਲਈ 15 ਨਵੰਬਰ 1920 ਨੂੰ ਸਿੱਖਾਂ ਦੇ ਸਮੂਹ ਪ੍ਰਤੀਨਿਧਾਂ ਦਾ ਇੱਕ ਇਕੱਠ ਜਿਹੜਾ ਸੀ ਅਕਾਲ ਤਖਤ ਸਾਹਿਬ ਵਿਖੇ ਸੱਦਿਆ ਗਿਆ। ਇਸ ਵਿੱਚ ਸ਼ਾਮਲ ਹੋਣ ਦੇ ਸੱਦਾ ਪੱਤਰ ਜਿਹੜੇ ਸੀ ਹਰ ਸਿੱਖ ਸੰਪਰਦਾਵਾਂ ਨੂੰ, ਹਰ ਜਥੇਬੰਦੀਆਂ ਨੂੰ ਭੇਜੇ ਗਏ। ਸਰਕਾਰ ਨੇ ਇਸ ਇਕੱਠ ਨੂੰ ਫੇਲ ਕਰਨ ਲਈ ਮਹਾਰਾਜਾ ਪਟਿਆਲਾ ਨਾਲ ਮਿਲ ਕੇ
2 दिन ਪਹਿਲਾਂ ਇੱਕ 36 ਮੈਂਬਰੀ ਕਮੇਟੀ ਬਣਾ ਦਿੱਤੀ, ਜਿਸ ਵਿੱਚ ਕੁਝ ਸੁਧਾਰਵਾਦੀ ਵੀ ਰੱਖ ਲਏ ਗਏ। ਪਰ ਜ਼ਿਆਦਾਤਰ ਇਸ ਕਮੇਟੀ ਵਿੱਚ ਗਿਣਤੀ ਵਫਾਦਾਰਾਂ ਦੀ ਸੀ, ਜੋ ਸਰਕਾਰ ਦੇ ਝੋਲੀ ਚੁੱਕ ਸਨ, ਸਰਕਾਰ ਦੇ ਵਫਾਦਾਰ ਸਨ। ਇਹਦੇ 2 ਮਕਸਦ ਸਨ, ਇਹ ਸਿੱਖਾਂ ਨੂੰ ਜਥੇਬੰਦ ਹੋਣ ਤੋਂ ਰੋਕਣਾ, ਤੇ ਦੂਜਾ ਇਹਨਾਂ ਵਿੱਚ ਫੁੱਟ ਪਾ ਕੇ ਗੁਰਦੁਆਰਿਆਂ ਉੱਤੇ ਆਪਣਾ ਕਬਜ਼ਾ ਜੀ ਹਜ਼ੂਰੀਆਂ ਦੇ ਰਾਹੀਂ ਕਰੀ ਰੱਖਣਾ। ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਚਲਾਕੀ ਜਿਹੜੀ ਸੀ ਨਾਕਾਮ ਕਰ ਦਿੱਤੀ। 15-16 ਨਵੰਬਰ ਨੂੰ 2 ਦਿਨ ਅਕਾਲ ਤਖਤ ਸਾਹਿਬ ਉੱਤੇ ਇਕੱਠ ਹੋਇਆ। ਵੱਡੀ ਆਮ ਕਮੇਟੀ, ਜਿਹਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ, ਇਹ 175 ਮੈਂਬਰਾਂ ਦੀ ਕਮੇਟੀ ਜਿਹੜੀ ਸੀ ਇਹ ਚੁਣੀ ਗਈ। ਇਹ 15-16 ਨਵੰਬਰ 1920 ਦੀ ਕਹਾਣੀ ਹੈ, ਜਦੋਂ ਇਹ ਕਮੇਟੀ ਹੋਂਦ ਵਿੱਚ ਆਈ। ਇਸ ਵਿੱਚ 36 ਮੈਂਬਰ ਉਹ ਵੀ ਸ਼ਾਮਿਲ ਕਰ ਲਏ ਗਏ ਜੋ ਸਰਕਾਰ ਨੇ ਨਾਮਜ਼ਦ ਕੀਤੇ ਸਨ, ਤੇ ਸੁੰਦਰ ਸਿੰਘ ਮਜੀਠੀਆ ਜੀ ਨੂੰ ਇਸ ਕਮੇਟੀ ਦਾ ਪਹਿਲਾ ਪ੍ਰਧਾਨ ਜਿਹੜਾ ਸੀ ਉਹ ਥਾਪਿਆ ਗਿਆ। 1921 ਦੇ ਸ਼ੁਰੂ ਵਿੱਚ ਸਰਦਾਰ ਤੇਜਾ ਸਿੰਘ ਜੀ ਭੁੱਚਰ ਤੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਤਹਿਰੀਕ ਨੂੰ ਹੋਰ ਤੇਜ਼ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠ ਇਹਨਾਂ ਨੇ ਇੱਕ ਮੂਵਮੈਂਟ ਚਲਾਈ, ਮੁਹਿੰਮ ਚਲਾਈ। ਇਹਦਾ ਨਿਸ਼ਾਨਾ ਸੀ ਕਿ ਸਾਰੇ ਸਿੱਖ ਗੁਰਦੁਆਰਿਆਂ ਤੇ ਧਾਰਮਿਕ ਸੰਸਥਾਵਾਂ ਦਾ ਕੰਟਰੋਲ ਹਾਸਲ ਕਰਨਾ ਤੇ ਪ੍ਰਵਾਨਿਤ ਲੀਹਾਂ ਉੱਤੇ, ਗੁਰਮਤਿ ਦੀਆਂ ਲੀਹਾਂ ਉੱਤੇ ਉਹਨਾਂ ਦਾ ਪ੍ਰਬੰਧ ਕਰਨਾ। ਸ਼੍ਰੋਮਣੀ ਕਮੇਟੀ ਦੇ ਬਣਨ ਨਾਲ ਸਿੱਖਾਂ ਦੀ ਖਿਲਰੀ ਹੋਈ ਤਾਕਤ ਇਕਮਿੱਠ ਹੋ ਗਈ ਤੇ ਮਜ਼ਬੂਤ ਹੋ ਗਈ, ਤੇ ਇਸ ਲਈ ਕਮੇਟੀ ਦੇ ਫੈਸਲੇ ਮੰਨੇ ਜਾਣ ਲੱਗ ਪਏ। ਜਿਹੜੇ ਫੈਸਲੇ ਕਮੇਟੀ ਕਰਦੀ ਸੀ ਉਹਨੂੰ ਅਮਲ ਵਿੱਚ ਲਿਆਉਣ ਦਾ ਕੰਮ ਜਿਹੜਾ ਸੀ ਉਹ ਵੀ ਸ਼ੁਰੂ ਹੋ ਗਿਆ। ਸਿੱਖ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਸੀਅਤ ਸਿੱਖ ਧਾਰਮਿਕ ਜਥੇਬੰਦੀ ਦੀ ਸੀ, ਇਸ ਲਈ ਇਸ ਦੇ ਕੰਮਾਂ ਦਾ ਘੇਰਾ ਗੁਰਦੁਆਰਿਆਂ ਦੇ ਸੁਧਾਰ ਅਤੇ ਸਿੱਖਾਂ ਦੀ ਧਾਰਮਿਕ, ਸਦਾਚਾਰਕ ਤੇ ਸੱਭਿਆਚਾਰਕ ਪੱਧਰ ਨੂੰ ਉੱਚਾ ਕਰਨ ਦੇ ਲਈ ਇਹ ਜਿਹੜਾ ਸੀ ਉਹਨੂੰ ਸੀਮਤ ਰੱਖਿਆ ਗਿਆ। ਰਾਜਸੀ ਮਾਮਲੇ ਇਸ ਦੀ ਕਮੇਟੀ ਦੇ ਦਾਇਰੇ ਤੋਂ ਬਾਹਰ ਸਨ। ਇਹ ਗੱਲ ਵੱਖਰੀ ਹੈ ਕਿ ਅੱਜ ਕਮੇਟੀ ਰਾਜਸੀ ਗੱਠ ਬਣ ਕੇ ਰਹਿ ਗਈ ਹੈ। ਮੈਂ ਉਸ ਵਿਸ਼ੇ ਨੂੰ ਨਾ ਛੋਵਾਂ, ਇਹ ਸਿਰਫ ਆਪਣੇ ਵਿਸ਼ੇ ਵਾਲੀ ਗੱਲ ਕਰਾਂ। ਤੋ ਇਹਨਾਂ ਨੇ ਕਮੇਟੀ ਦੇ ਦਾਇਰੇ ਵਿੱਚੋਂ ਜਿਹੜੇ ਰਾਜਸੀ ਸੋਚ ਵਿਚਾਰ ਸੀ ਉਹ ਬਾਹਰ ਰੱਖੀ ਗਈ। ਗੁਰਦੁਆਰਾ ਰਕਾਬਗੰਜ ਵੇਲੇ ਜਿਹੜੀ ਸ਼ਹੀਦੀ ਜੱਥੇ ਦੀ ਭਰਤੀ ਸਰਦਾਰ ਅਮਰ ਸਿੰਘ ਝਬਾਲ ਨੇ ਕੀਤੀ ਸੀ ਉਹ ਵੀ ਜਾਰੀ ਰੱਖੀ ਗਈ। ਜਸਵੰਤ ਸਿੰਘ ਝਬਾਲ ਤੇ ਸਰਦਾਰ ਤੇਜਾ ਸਿੰਘ ਜੀ ਜਿਹੜੇ ਸਨ ਉਹ ਇਸ ਦੇ ਵਿੱਚ ਲੱਗੇ ਰਹੇ ਤੇ ਇਹ ਕਰਦੇ ਰਹੇ। ਤਾਂ 1921 ਦਾ ਸਾਲ ਬਹੁਤ ਹੀ ਖੂਨੀ ਸਾਕਿਆਂ ਤੇ ਘਮਸਾਨ ਦੇ ਜਦੋਜਹਿਦ ਨਾਲ ਭਰਿਆ ਹੋਇਆ ਇੱਕ ਸਾਲ ਹੈ। ਇੱਕ ਪਾਸੇ ਅੰਗਰੇਜ਼ ਅਫਸਰਾਂ ਨੇ ਗੁਰਦੁਆਰਿਆਂ ਦੀ ਆਜ਼ਾਦੀ ਦੇ ਇਸ ਮੂਵਮੈਂਟ ਨੂੰ, ਸੰਗਰਾਮ ਨੂੰ ਕੁਚਲਣ ਦਾ ਯਤਨ ਕੀਤਾ, ਮਨ ਬਣਾ ਲਿਆ ਸੀ, ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਥੱਲੇ ਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰਨ ਦਾ ਪੂਰਾ ਬੀੜਾ ਚੁੱਕ ਲਿਆ ਸੀ। 18 ਦਸੰਬਰ 1920 ਨੂੰ ਸਰ ਅਮਰ ਸਿੰਘ ਝਬਾਲ ਤੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਪੋਠੋਹਾਰ ਦੇ ਮਸ਼ਹੂਰ ਗੁਰਦੁਆਰੇ ਪੰਜਾ ਸਾਹਿਬ ਉੱਤੇ ਕਬਜ਼ਾ ਕਰਕੇ ਇਸ ਨੂੰ ਪ੍ਰਬੰਧਕ ਸਿੱਖਾਂ ਦੇ ਆਪਣੇ ਹੱਥ ਵਿੱਚ ਲੈ ਆਂਦਾ। ਇਸ ਤਰ੍ਹਾਂ ਤਰਨਤਾਰਨ ਸਾਹਿਬ ਦੇ ਗੁਰਦੁਆਰੇ ਦੀ ਆਜ਼ਾਦੀ ਵਾਸਤੇ 26 ਜਨਵਰੀ ਸਨ 1921 ਨੂੰ 40 ਸਿੰਘਾਂ ਦਾ ਜੱਥਾ ਅੰਮ੍ਰਿਤਸਰ ਤੋਂ ਚੱਲਿਆ। ਰਾਤ ਦੇ ਕੋਈ 9 ਵਜੇ ਦੇ ਕਰੀਬ ਸ਼ਰਾਬੀ ਪੁਜਾਰੀ ਟੋਲੇ ਨੇ ਇਹ ਸ਼ਾਂਤਮਈ ਜੱਥੇ ਦੇ ਉੱਤੇ ਹਮਲਾ ਕਰ ਦਿੱਤਾ। ਸਿੰਘਾਂ ਨੂੰ ਫੱਟ ਲੱਗੇ ਤੇ ਅਗਲੇ ਦਿਨ 2 ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਬਸਾਊ ਕੋਟ ਜਿਹੜੇ ਸਨ ਇਹ ਸ਼ਹੀਦ ਹੋ ਗਏ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ 2 ਸ਼ਹੀਦ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਜਿਹੜੇ ਹਨ ਉਹ ਹੋਏ ਹਨ। ਗੁਰਦੁਆਰਿਆਂ ਦੀ ਤੇ ਆਜ਼ਾਦੀ ਕਰਾਉਣ ਦੀ ਮੂਵਮੈਂਟ ਵਿੱਚ, ਤਹਿਰੀਕ ਦੇ ਵਿੱਚ ਇਹ ਪਹਿਲੀਆਂ 2 ਸ਼ਹੀਦੀਆਂ ਹੋਈਆਂ ਹਨ। ਇਸ ਦੇ ਨਾਲ ਹੀ ਹੋਰ ਅਕਾਲੀ ਜਥਿਆਂ ਦੇ ਪਹੁੰਚਣ ਤੇ ਗੁਰਦੁਆਰੇ ਦਾ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਨਰੰਗਾਬਾਦ ਤੇ ਖਡੂਰ ਸਾਹਿਬ ਦੇ ਗੁਰਦੁਆਰੇ ਜਿਹੜੇ ਸਨ ਉਹ ਵੀ ਸ਼੍ਰੋਮਣੀ ਕਮੇਟੀ ਨੇ ਆਪਣੇ ਅਧੀਨ ਕਰ ਲਏ। ਇਹ ਸਨ ਹਾਲਾਤ ਉਸ ਵੇਲੇ ਜਦੋਂ ਇਹ ਨਨਕਾਣਾ ਸਾਹਿਬ ਦਾ ਪੂਰਾ ਸਾਕਾ ਵਾਪਰਿਆ ਹੈ। ਹੁਣ ਆਪਾਂ ਨਨਕਾਣਾ ਸਾਹਿਬ ਦੇ ਉਸ ਸਾਕੇ ਦਾ ਜਿਹੜਾ ਇਤਿਹਾਸ ਹੈ ਉਹਨੂੰ ਸਮਝਣ ਦਾ ਕੁਝ ਥੋੜਾ ਜਿਹਾ ਯਤਨ ਕਰਦੇ ਹਾਂ। ਨਨਕਾਣਾ ਸਾਹਿਬ ਜੋ ਮਹੰਤ ਨਾਰਾਇਣ ਦਾਸ ਸੀ, ਉਸ ਤੋਂ ਪਹਿਲੇ ਦੋਵੇਂ ਮਹੰਤ ਸ਼ਰਾਬੀ ਤੇ ਕਈ ਗੁਪਤ ਬਿਮਾਰੀਆਂ ਦੇ ਸ਼ਿਕਾਰ ਹੋਣ ਕਰਕੇ ਮਰ ਚੁੱਕੇ ਸਨ। ਨਨਕਾਣਾ ਸਾਹਿਬ ਧਰਮ ਸਥਾਨ ਨਹੀਂ ਸੀ ਰਿਹਾ, ਇਹ ਗੁੰਡਿਆਂ ਦਾ, ਬਦਮਾਸ਼ਾਂ ਦਾ, ਭੰਗੀਆਂ ਦਾ, ਪੋਸਤੀਆਂ ਦਾ ਇੱਕ ਪਰਵਰਿਸ਼ ਗ੍ਰਹਿ ਬਣ ਕੇ ਰਹਿ ਗਿਆ ਸੀ। ਉਹਨਾਂ ਦੀ ਪਾਲਣਾ ਪੋਸ਼ਣਾ ਇੱਥੇ ਹੁੰਦੀ ਸੀ। ਜਿਸ ਤਰ੍ਹਾਂ ਅੱਜ ਕੁਝ ਬੰਦੇ ਇਹ ਚਾਹੁੰਦੇ ਹਨ ਕਿ ਗੁਰਦੁਆਰੇ ਨੂੰ ਸਿੱਖ ਜਾਗਰਤ ਦੇ ਕੇਂਦਰ ਨਾ ਬਣਨ ਦਿੱਤਾ ਜਾਵੇ, ਇਸੇ ਤਰ੍ਹਾਂ ਹੀ ਉਸ ਵੇਲੇ ਵੀ ਇਹ ਹਾਲਾਤ ਜਿਹੜੇ ਸਨ ਇਹ ਚੱਲਦੇ ਸਨ। ਇਹ ਮਹੰਤ ਤੇ ਉਦਾਸੀ ਕਿਸੇ ਤਰ੍ਹਾਂ ਵੀ ਸਿੱਖਾਂ ਨੂੰ ਸਿੱਖੀ ਜਾਗਰਤ ਦੇ ਕੇਂਦਰ ਨਹੀਂ ਬਣਨ ਦੇਣਾ ਚਾਹੁੰਦੇ ਸਨ, ਕਿਉਂਕਿ ਅੰਗਰੇਜ਼ਾਂ ਦੀ ਸ਼ਹਿ ਉਹਨਾਂ ਨੂੰ ਸੀ, ਅੰਗਰੇਜ਼ਾਂ ਦਾ ਹੱਥ ਉਹਨਾਂ ਦੇ ਪਿੱਛੇ ਸੀ। ਹਾਲਾਂਕਿ ਮਹੰਤ ਨਾਰਾਇਣ ਦਾਸ ਨੇ ਗੱਦੀ ਤੇ ਬੈਠਣ ਵੇਲੇ
ਮੈਜਿਸਟਰੇਟ ਦੇ ਸਾਹਮਣੇ ਸਿੱਖ ਸੰਗਤ ਦੇ ਨਾਲ ਪ੍ਰੋਮਿਸ ਵਾਅਦੇ ਕੀਤੇ ਸਨ ਕਿ ਉਹ ਪਹਿਲੇ ਮਹੰਤਾਂ ਵਾਲੇ ਕੁਕਰਮ ਛੱਡ ਦੇਵੇਗਾ, ਉਸ ਦੇ ਖਿਲਾਫ ਕੋਈ ਕਸੂਰ ਸਾਬਤ ਹੋ ਜਾਏ ਤਾਂ ਅਸਤੀਫਾ ਦੇ ਦੇਵੇਗਾ। ਪਰ ਇਹ ਪਹਿਲੇ ਮਹੰਤ ਨਾਲੋਂ ਵੀ ਅੱਗੇ ਲੰਘ ਗਿਆ। ਇਸ ਨੇ ਪਹਿਲਾਂ ਇੱਕ ਮਰਾਸਨ ਨੂੰ ਲੈ ਆਂਦਾ, ਫਿਰ ਲਾਹੌਰ ਤੋਂ ਵੇਸ਼ਵਾਵਾਂ ਮੰਗਾਈਆਂ, ਉਹਨਾਂ ਦੇ ਨਾਚ ਜਨਮ ਸਥਾਨ ਦੇ ਅੰਦਰ ਕਰਵਾਏ ਜਾਂਦੇ ਰਹੇ। ਗੁਰੂ ਨਾਨਕ ਦੇ ਜਨਮ ਸਥਾਨ ਦੇ ਉੱਤੇ ਨਾਚ ਹੁੰਦੇ ਰਹੇ। ਤੇ ਜਦੋਂ ਇਹ ਗੱਲ ਹੋਈ ਤਾਂ ਮਹੰਤ ਦੀ ਇਸ ਹਰਕਤ ਨੇ ਸਿੱਖ ਜਗਤ ਵਿੱਚ ਗੁੱਸੇ ਦੇ ਭਾਂਬੜ ਜਿਹੜੇ ਸੀ ਉਹ ਮਚਾ ਦਿੱਤੇ। ਅਖਬਾਰਾਂ, ਸਿੰਘ ਸਭਾਵਾਂ ਤੇ ਸੰਗਤਾਂ ਨੇ ਇਸ ਬੇਦਬੀ ਦੇ ਖਿਲਾਫ ਕਈ ਮਤੇ ਪਾਸ ਕੀਤੇ। ਗਵਰਨਮੈਂਟ ਨੂੰ ਇਸ ਬਾਰੇ ਖਬਰ ਦਿੱਤੀ ਗਈ ਪਰ ਉਹ ਚੁੱਪ ਬੈਠੀ ਰਹੀ। 1918 ਵਿੱਚ ਇੱਕ ਸਿੰਧ ਤੋਂ ਆਏ ਯਾਤਰੂ ਦੀ ਲੜਕੀ ਦੀ ਪੱਤ ਲੁੱਟੀ ਗਈ। ਇਸੇ ਸਾਲ 6 ਬੀਬੀਆਂ ਜੋ ਪੂਰਨਮਾਸ਼ੀ ਦੇ ਵੇਲੇ ਗੁਰਦੁਆਰੇ ਦਰਸ਼ਨਾਂ ਨੂੰ ਆਈਆਂ ਸਨ, ਰਾਤ ਸਮੇਂ ਜਨਮ ਸਥਾਨ ਦੇ ਅੰਦਰ ਹੀ ਪੁਜਾਰੀਆਂ ਨੇ ਜ਼ਬਰਦਸਤੀ ਉਹਨਾਂ ਦੀ ਇੱਜ਼ਤ ਲੁੱਟੀ। ਇਸ ਤਰ੍ਹਾਂ ਹੋਰ ਸੈਂਕੜੇ ਐਸੇ ਕੁਕਰਮ ਹਨ ਜਿਹੜੇ ਉਸ ਵੇਲੇ ਨਨਕਾਣਾ ਸਾਹਿਬ ਵਿਖੇ ਕੀਤੇ ਜਾਂਦੇ ਸਨ। ਅਕਤੂਬਰ 1920 ਦੇ ਵਿੱਚ ਧਾਰੋਵਾਲ ਨਗਰ ਵਿੱਚ ਇੱਕ ਭਰਵਾਂ ਇਕੱਠ ਸੱਦਿਆ ਗਿਆ ਤੇ ਮਹੰਤ ਨੂੰ ਆਪਣਾ ਸੁਧਾਰ ਕਰਨ ਵਾਸਤੇ ਕਿਹਾ ਗਿਆ। ਪਰ ਮਹੰਤ ਨਰਾਇਣ ਦਾਸ ਤਾਂ ਨਰਕੀ ਮਸੰਦ ਬਣ ਚੁੱਕਾ ਸੀ। ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਲ 1 ਲੱਖ ਦੀ ਸਾਲਾਨਾ ਜਗੀਰ ਸੀ। ਇਸ ਤੋਂ ਇਲਾਵਾ ਚੜਾਵਾ ਤੇ ਪੂਜਾ ਦਾ ਰੁਪਈਆ ਬੇਹਿਸਾਬ ਆਉਂਦਾ ਸੀ। ਕੁਝ ਬੇਦੀ ਜਗੀਰਦਾਰ ਉਹਦੀ ਪਿੱਠ ਤੇ ਖੜੇ ਸਨ। ਮਹੰਤ ਨੇ ਸਿੱਖਾਂ ਦਾ ਮੁਕਾਬਲਾ ਕਰਨ ਦਾ ਫੈਸਲਾ ਕਰ ਲਿਆ, ਨਾ ਕਿ ਸੁਧਰਨ ਦਾ ਫੈਸਲਾ। ਮਹੰਤ ਨੇ ਸਿੱਖਾਂ ਦਾ ਮੁਕਾਬਲਾ ਕਰਨ ਦੀ ਜਿਹੜਾ ਸੀ ਉਹ ਫੈਸਲਾ ਕਰ ਲਿਆ, ਕਿਉਂਕਿ ਉਹਨੂੰ ਸਰਕਾਰ ਦੀ ਪੂਰੀ ਸ਼ਹਿ ਸੀ। ਬਦਮਾਸ਼ਾਂ, ਗੁੰਡਿਆਂ ਤੇ ਇਹ ਸ਼ਰਾਬਾਂ ਦੇ ਤਨਖਾਹਾਂ ਦੇ ਕੇ ਗੁਰਦੁਆਰੇ ਦੇ ਅੰਦਰ ਆਪਣੇ ਉਹਨਾਂ ਨੂੰ ਉੱਤੇ ਰੱਖ ਲਿਆ। ਗੁਰੂ ਨਾਨਕ ਦੇ ਜਨਮ ਸਥਾਨ ਨੂੰ ਇੱਕ ਜੰਗੀ ਕਿਲਾ ਬਣਾ ਕੇ ਰੱਖ ਦਿੱਤਾ ਤੇ ਸਾਰੇ ਲੜਾਈਆਂ ਦਾ ਸਮਾਨ ਜਿਹੜਾ ਸੀ ਉਹ ਇਕੱਠਾ ਕਰ ਲਿਆ। ਬਾਬਾ ਕਰਤਾਰ ਸਿੰਘ ਬੇਦੀ, ਜਿਹਦਾ ਸਰਕਾਰੀ ਅਫਸਰਾਂ ਨਾਲ ਗੂੜਾ ਸੰਬੰਧ ਰੱਖਣ ਵਾਲੇ ਹੋਰ ਬੰਦੇ, ਇਹ ਸਾਰੇ ਮਹੰਤ ਦੇ ਸਲਾਹਕਾਰ ਬਣ ਗਏ। ਰਾਂਝਾ ਰਿਹਾਣਾ ਤੇ 10 ਨੰਬਰੀ ਬਦਮਾਸ਼ ਉਸ ਇਲਾਕੇ ਦੇ ਇਸਮਾਇਲ ਭੱਟੀ ਨੂੰ ਆਪਣੇ ਹੱਥ ਵਿੱਚ ਲੈ ਕੇ ਮੁਸਲਮਾਨਾਂ ਨੂੰ ਆਪਣੇ ਨਾਲ ਗੰਢ ਲਿਆ। ਦੂਜੇ ਪਾਸੇ ਇਹਨਾਂ ਬਦਮਾਸ਼ਾਂ ਦੇ ਹਥਿਆਰਬੰਦ ਕਰਨ ਲਈ ਜਨਮ ਸਥਾਨ ਅੰਦਰ ਛਵੀਆਂ, ਕੁਹਾੜੇ, ਟਕੂਏ ਆਦਿ ਹੋਰ ਸਮਾਨ ਜਿਹੜਾ ਸੀ ਉਹ ਮੰਗਾ ਲਿਆ ਗਿਆ। ਲਾਹੌਰ ਤੋਂ ਬੰਦੂਕਾਂ, ਪਿਸਤੌਲ ਤੇ ਹੋਰ ਅਸਲੇ ਮੰਗਵਾਏ ਗਏ। ਮਿੱਟੀ ਦੇ ਤੇਲ ਦੇ ਪੀਪੇ ਰੱਖੇ ਗਏ। ਪੱਥਰਾਂ ਦੇ ਢੇਰ ਛੱਤਾਂ ਉੱਤੇ ਲਾਏ ਗਏ। ਗੇਟ ਮਜ਼ਬੂਤ ਕਰ ਦਿੱਤੇ ਗਏ। ਥਾਂ ਥਾਂ ਤੇ ਮੋਰੀਆਂ ਰੱਖ ਕੇ ਬੰਦੂਕਾਂ ਚਲਾਉਣ ਦਾ ਪ੍ਰਬੰਧ ਜਿਹੜਾ ਸੀ ਉਹ ਕਰ ਲਿਆ ਗਿਆ। ਫਿਰ ਪ੍ਰਾਪੇਗੰਡੇ ਵਿੱਚ ਨਨਕਾਣਾ ਸਾਹਿਬ ਉਸਨੇ ਨਨਕਾਣਾ ਸਾਹਿਬ ਸਾਧੂਆਂ ਤੇ ਮਹੰਤਾਂ ਦੀ ਇੱਕ ਮੀਟਿੰਗ ਸੱਦ ਲਈ ਮਹੰਤ ਨੇ। ਇਸ ਵਿੱਚ ਕੋਈ 60-65 ਸਾਧੂ ਤੇ ਮਹੰਤ ਇਕੱਠੇ ਕੀਤੇ ਗਏ, ਜਿਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਸਾਧੂਆਂ ਤੇ ਮਹੰਤਾਂ ਦੀ ਆਪਣੀ ਕਮੇਟੀ ਬਣਾ ਦਿੱਤੀ ਗਈ, ਜਿਹਦਾ ਨਾਮ ਸੰਤ ਸੇਵਕ ਦਾ ਇੱਕ ਅਖਬਾਰ ਇਹਨਾਂ ਨੇ ਸ਼ੁਰੂ ਕੀਤਾ, ਜਿਹਦਾ ਨਾਮ ਸੰਤ ਸੇਵਕ ਰੱਖਿਆ ਗਿਆ। ਕਮੇਟੀ ਦਾ ਪ੍ਰਧਾਨ ਨਾਰਾਇਣ ਦਾਸ ਸੀ, ਜੋ ਨਨਕਾਣਾ ਸਾਹਿਬ ਦਾ ਮਹੰਤ ਜਿਹੜਾ ਸੀ ਨਨਕਾਣਾ ਸਾਹਿਬ ਦਾ ਮਹੰਤ ਸੀ, ਅਤੇ ਸਕੱਤਰ ਮਹੰਤ ਬਸੰਤ ਦਾਸ ਨੂੰ, ਜੋ ਗੁਰਦੁਆਰਾ ਮਾਨਕ ਦਾ ਸੀ ਮਹੰਤ ਸੀ, ਉਹਨੂੰ ਥਾਪਿਆ ਗਿਆ। ਨਵੰਬਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੋਂ 4-5 ਦਿਨ ਪਹਿਲਾਂ ਮਹੰਤ ਨੇ ਗੁਰਦੁਆਰਾ ਜਨਮ ਸਥਾਨ ਵਿੱਚ ਹਥਿਆਰਾਂ ਨਾਲ ਲੈਸ ਕੋਈ 400 ਬੰਦੇ ਜਿਹੜੇ ਸਨ ਇਕੱਠੇ ਕਰ ਲਏ ਤੇ ਹੁਕਮ ਦਿੱਤਾ ਕਿ ਕਿਸੇ ਵੀ ਕਿਰਪਾਨ ਵਾਲੇ ਸਿੱਖ ਨੂੰ ਗੁਰਦੁਆਰੇ ਅੰਦਰ ਵੜਨਾ ਨਾ ਦਿੱਤਾ ਜਾਵੇ। ਭਾਈ ਲਛਮਣ ਸਿੰਘ ਜੀ ਧਾਰੋਵਾਲ ਬਾਹਰ ਇਲਾਕੇ ਵਿੱਚ ਮੰਨਿਆ ਪਰਮੰਨਿਆ ਇੱਕ ਪੰਥ ਦਰਦੀ ਸੀ। ਉਹ ਆਪਣੇ ਪਿੰਡ ਦੇ ਬੰਦਿਆਂ ਨਾਲ ਗੁਰਦੁਆਰੇ ਦਰਸ਼ਨਾਂ ਨੂੰ ਆਇਆ। ਉਸ ਨੂੰ ਮਹੰਤ ਨੇ ਕਾਤਲਾਨਾ ਇਰਾਦਿਆਂ ਦਾ ਕੋਈ ਪਤਾ ਨਹੀਂ ਸੀ। ਸਬੱਬੀ ਉਸ ਦਿਨ ਡਿਪਟੀ ਕਮਿਸ਼ਨਰ CID ਦਾ ਸੁਪਰਡੈਂਟ ਵੀ ਗੁਰਦੁਆਰੇ ਅੰਦਰ ਹਾਜ਼ਰ ਸੀ। ਇਸ ਲਈ ਭਾਈ ਲਛਮਣ ਸਿੰਘ ਜੀ ਉਸ ਦਿਨ ਆਪਣੇ ਜੱਥੇ ਸਮੇਤ ਉੱਥੋਂ ਬਚ ਕੇ ਨਿਕਲ ਗਏ। ਪਰ ਇਹਨਾਂ ਅਫਸਰਾਂ ਦੁਆਰਾ ਮਹੰਤ ਦੇ ਕਾਨੂੰਨ ਨੂੰ ਹੱਥ ਲੈਣ ਵਿੱਚ ਤੇ ਅਕਾਲੀਆਂ ਦੇ ਕਤਲ ਦੇ ਇਰਾਦੇ ਰੱਖਣ ਦੀ ਕੋਈ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਸਰਕਾਰ ਵੱਲੋਂ ਨਾ ਕੀਤੀ ਗਈ। ਗੁਰਦੁਆਰਾ ਜਨਮ ਸਥਾਨ ਦੇ ਨਨਕਾਣਾ ਸਾਹਿਬ ਦੇ ਮਹੰਤ ਨਾਰਾਇਣ ਦਾਸ ਦੇ ਭੈੜੇ ਚਰਨ ਦੀਆਂ ਕਰਤੂਤਾਂ ਦੀ ਚਰਚਾ ਸਾਰੇ ਪੰਥ ਵਿੱਚ ਫੈਲ ਗਈ। ਇੱਥੋਂ ਦੇ ਪ੍ਰਬੰਧ ਨੂੰ ਪੰਥਕ ਹਿੱਤਾਂ ਵਿੱਚ ਲਿਆਉਣ ਲਈ ਸਭ ਤੋਂ ਵੱਡੀ ਇੱਛਾ ਜਿਹੜੀ ਸੀ ਉਹ ਪੈਦਾ ਹੋਈ। ਮਹੰਤ ਨਾਲ ਸਮਝੌਤੇ ਦੀ ਗੱਲਬਾਤ ਹੁੰਦੀ ਰਹੀ, ਜਿਸ ਵਿੱਚ ਸਰਦਾਰ ਕਰਤਾਰ ਸਿੰਘ ਜੀ ਝੱਬਰ, ਸਰਦਾਰ ਬੂਟਾ ਸਿੰਘ ਜੀ ਵਕੀਲ ਸ਼ੇਖੂਪੁਰੇ ਦਾ ਕਾਫੀ ਯੋਗਦਾਨ ਰਿਹਾ। ਪਰੰਤੂ ਮਹੰਤ ਅੰਦਰਖਾਨੇ ਲਾਲਾ ਲਾਜਪਤ ਰਾਏ ਤੇ ਕਈ ਹੋਰ ਉਦਾਸੀ ਮਹੰਤਾਂ ਦੇ ਨਾਲ ਗੱਠਜੋੜ ਕਰਨ ਲਈ ਹਰ ਵਾਰ ਟਾਲ ਮਟੋਲ ਕਰਦਾ ਰਿਹਾ। ਸ਼੍ਰੋਮਣੀ ਕਮੇਟੀ ਨੇ ਇਸ ਗੱਲ ਨੂੰ ਸਿਰੇ ਚੜਾਉਣ ਦੇ ਲਈ ਨਨਕਾਣਾ ਸਾਹਿਬ ਵਿਖੇ 5-6 ਮਾਰਚ 1921 ਨੂੰ ਪੰਥਕ ਮੁਖੀਆਂ ਤੇ ਕੌਮੀ ਲੀਡਰਾਂ ਦੀ ਇੱਕ ਵੱਡੀ ਇਕੱਤਰਤਾ ਬੁਲਾਈ। ਭਾਵੇਂ ਇਹ ਪ੍ਰੋਗਰਾਮ ਮਹੰਤ ਦੀ ਸਲਾਹ ਨਾਲ ਹੀ ਬਣਿਆ, ਪਰੰਤੂ ਮਹੰਤ ਆਪਣੇ ਨਿੱਜੀ ਸਲਾਹਕਾਰਾਂ ਦੇ ਮਸ਼ਵਰੇ ਨਾਲ ਅੰਦਰਖਾਨੇ ਹੋਰ ਹੀ ਫੈਸਲੇ ਕਰੀ ਬੈਠਾ ਸੀ।
ਜਿਸ ਵਿੱਚ ਉਸਨੇ ਸਰਕਾਰੀ ਅਫਸਰਾਂ ਨਾਲ, ਖਾਸ ਕਰਕੇ ਲਾਹੌਰ ਦੇ ਕਮਿਸ਼ਨਰ ਮਿਸਟਰ ਕਿੰਗ ਦੀ ਇੱਕ ਵੱਡੀ ਸ਼ਹਿ ਉਹਨੂੰ ਮਿਲੀ ਹੋਈ ਸੀ। ਮਿਸਟਰ ਕਿੰਗ ਨੇ ਇੱਕ ਚਿੱਠੀ ਕੱਢ ਕੇ ਮਹੰਤ ਦਾ ਹੌਸਲਾ ਹੋਰ ਵੀ ਵਧਾ ਦਿੱਤਾ, ਜਿਹਦੇ 'ਚ ਉਹਨੇ ਲਿਖਿਆ ਕਿ ਸਰਕਾਰ ਮਹੰਤ ਦੀ ਹਰ ਤਰ੍ਹਾਂ ਨਾਲ ਪ੍ਰੋਟੈਕਸ਼ਨ ਕਰੇਗੀ, ਹਿਫਾਜ਼ਤ ਕਰੇਗੀ। ਮਿਸਟਰ ਕਿੰਗ ਦੀ ਇੱਕ ਹੋਰ ਗੁਪਤ ਚਿੱਠੀ ਹੈ ਜੋ 18 ਦਸੰਬਰ 1920 ਨੂੰ ਮਿਲਦੀ ਹੈ, ਜਿਸ ਗੱਲ ਤੋਂ ਇੰਡੀਆ ਹਾਊਸ ਲੰਡਨ ਦੀ ਲਾਇਬ੍ਰੇਰੀ 'ਚ ਚਿੱਠੀ ਜਿਹੜੀ ਪਈ ਹੋਈ ਹੈ, ਇਹਦੀ ਕਾਪੀ ਅਜੇ ਪਈ ਹੈ। ਇਹਦੀ ਜਿਹੜੀ ਕਿ ਲਾਹੌਰ ਦੇ ਆਰਮਸ ਡੀਲਰ ਨੂੰ, ਜਿਹੜੇ ਆਮ ਐਮੂਨੀਸ਼ਨ ਦੇ ਹਨ ਡੀਲਰ, ਉਹਨਾਂ ਨੂੰ ਲਿਖੀ ਗਈ ਸੀ ਕਿ ਮਹੰਤ ਨਾਰਾਇਣ ਦਾਸ ਨੂੰ ਅਸਲਾ, ਬੰਦੂਕਾਂ ਜਿੰਨਾ ਉਹਨੂੰ ਚਾਹੀਦਾ ਉਹਨੂੰ ਦੇ ਦਿੱਤਾ ਜਾਏ। ਮਹੰਤ ਦੀ ਮਨਸ਼ਾ ਸੀ ਕਿ 5-6 ਮਾਰਚ ਨੂੰ ਜਦੋਂ ਪੰਥਕ ਮੁਖੀ ਇਕੱਠੇ ਹੋਣ, ਬਾਹਰ ਤੋਂ ਬਦਮਾਸ਼ਾਂ ਪਾਸੋਂ ਹਮਲਾ ਕਰਾ ਦਿੱਤਾ ਜਾਵੇ ਤੇ ਬਾਹਰ ਆਪ ਪਾਸੇ ਹੋਵੇ। ਜਦੋਂ ਸਿੱਖਾਂ ਦਾ ਕਤਲ ਹੋ ਜਾਵੇ ਤੇ ਇਹ ਬਸ ਭੱਜ ਲੋ ਭੱਜ ਲੋ ਭੱਜ ਲੋ, ਭੱਜ ਗਏ ਮਾਰ ਦਿੱਤੇ ਕਰਕੇ ਰੋਲਾ ਜਿਹੜਾ ਸੀ ਉਹ ਪਾ ਦਿੱਤਾ ਜਾਵੇ। ਇਸ ਤਰ੍ਹਾਂ ਸਿੱਖ ਲੀਡਰਾਂ ਨੂੰ ਇੱਕੋ ਦਿਨ ਵਿੱਚ ਹੀ ਜਿਹੜੇ ਸਿੱਖ ਹਨ ਉਹਨਾਂ ਨੂੰ ਖਤਮ ਕਰ ਦਿੱਤਾ ਜਾਏਗਾ। ਪਰ ਇਹ ਖਬਰ ਜਿਹੜੀ ਸੀ, ਇਹ ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਲਛਮਣ ਸਿੰਘ ਧਾਰੋਵਾਲ ਦੇ ਜਿਹੜੇ ਉਹਨਾਂ ਦੇ ਸੂਹੀਏ ਸਨ, ਉਹਨਾਂ ਨੇ ਆ ਕੇ ਉਹਨਾਂ ਨੂੰ ਦਿੱਤੀ ਕਿ ਮਹੰਤ ਜਿਹੜਾ ਉਹ ਕੀ ਫੈਸਲੇ ਕਰੀ ਬੈਠਾ ਹੈ। ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਧਰ ਇਹ ਨਨਕਾਣਾ ਸਾਹਿਬ ਵਿੱਚ ਇਹ ਸਾਕਾ ਵਰਤਨ ਤੋਂ ਅਸੀਂ ਰੋਕਣਾ ਹੈ। ਤਾਂ ਮਹੰਤ ਜਿਹੜਾ ਸੀ ਵੈਸੇ ਬਹੁਤ ਸਿਆਣਾ ਸੀ, ਸਾਜ਼ਿਸ਼ਾਂ ਰਚਣ ਦਾ ਮਾਹਰ ਸੀ। ਉਸਨੇ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਤਾਂ ਇਹਨਾਂ ਨੇ ਉਹ ਇੱਕ 19 ਤੇ 20 ਫਰਵਰੀ ਘਟਨਾ ਆਉਂਦੀ ਹੈ ਜਦੋਂ ਲਾਹੌਰ ਵਿੱਚ ਇੱਕ ਸਨਾਤਨ ਸਿੱਖ ਕਾਨਫਰੰਸ ਹੋਣੀ ਸੀ। ਮਹੰਤ ਨਾਰਾਇਣ ਦਾਸ ਨੇ ਉਹਦੇ 'ਚ ਹਿੱਸਾ ਲੈਣ ਜਾਣਾ ਸੀ। ਗੁਰਦੁਆਰਾ ਜਨਮ ਸਥਾਨ ਤੇ ਸਿੱਖਾਂ ਨੇ ਫੈਸਲਾ ਕੀਤਾ, ਸਰਦਾਰ ਕਰਤਾਰ ਸਿੰਘ ਝੱਬਰ ਤੇ ਸਰਦਾਰ ਲਛਮਣ ਸਿੰਘ ਧਾਰੋਵਾਲ ਨੇ, ਵੀ ਉਹਨਾਂ ਦਿਨਾਂ ਵਿੱਚ ਜਦੋਂ ਮਹੰਤ ਇੱਥੇ ਨਹੀਂ ਹੋਵੇਗਾ, ਅਸੀਂ ਉਸ ਵੇਲੇ ਗੁਰੂ ਨਾਨਕ ਦੇ ਜਨਮ ਸਥਾਨ ਦਾ ਕਬਜ਼ਾ ਕਰ ਲਵਾਂਗੇ। ਇਸ ਲਈ ਭਾਈ ਲਛਮਣ ਸਿੰਘ, ਟਹਿਲ ਸਿੰਘ, ਭਾਈ ਬੂਟਾ ਸਿੰਘ ਜੀ, ਸੰਤ ਤੇਜਾ ਸਿੰਘ ਦੀ ਸਲਾਹ ਨਾਲ ਇਹ ਫੈਸਲਾ ਹੋਇਆ ਕਿ 20 ਫਰਵਰੀ 1921 ਨੂੰ 4-5 ਹਜ਼ਾਰ ਦਾ ਜੱਥਾ ਲੈ ਕੇ ਨਨਕਾਣਾ ਸਾਹਿਬ ਪੁੱਜਿਆ ਜਾਵੇ। ਪੂਰੇ 100 ਸਾਲ ਅੱਜ ਇਸ ਘਟਨਾ ਨੂੰ ਹੋ ਗਏ ਹਨ। ਭਾਈ ਲਛਮਣ ਸਿੰਘ ਹੁਰਾਂ ਦੇ ਜੱਥੇ ਨੇ ਧਾਰੋਵਾਲ ਤੋਂ ਚੱਲ ਕੇ ਝੱਬਰ ਦੇ ਜੱਥੇ ਨੂੰ ਨਨਕਾਣਾ ਸਾਹਿਬ ਤੋਂ 5 ਮੀਲ ਦੂਰ ਚੰਦਰਕੋਟ ਦੀ ਢਾਲ ਦੇ ਉੱਤੇ ਮਿਲਣਾ ਸੀ ਤੇ ਲਾਇਲਪੁਰ ਤੋਂ ਆਏ ਜੱਥੇ ਸਿੰਘਾਂ ਨੇ ਇਹਨਾਂ ਨੂੰ 20 ਫਰਵਰੀ ਸਵੇਰੇ 4 ਵਜੇ ਨਨਕਾਣਾ ਸਾਹਿਬ ਦੇ ਲਾਗੇ ਭੱਠਿਆਂ ਤੇ ਮਿਲ ਕੇ ਜਨਮ ਸਥਾਨ ਵੇਲੇ ਸਵੇਰੇ 5 ਵਜੇ ਕੂਚ ਕਰਨਾ ਸੀ। ਇਹ ਚਾਹੁੰਦੇ ਸਨ ਕਿ ਇਹ ਸਾਰਾ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਤੋਂ ਗੁਪਤ ਰੱਖਿਆ ਜਾਵੇ, ਕਿਉਂ ਕਿ 6 ਮਾਰਚ ਦੇ ਇਕੱਠ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ ਦੇਣੀ। ਪਰੰਤੂ ਕਿਸੇ ਤਰ੍ਹਾਂ ਮਾਸਟਰ ਤਾਰਾ ਸਿੰਘ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਜੋ ਲਾਇਲਪੁਰ ਗਏ ਹੋਏ ਸਨ, ਉਹਨਾਂ ਨੂੰ ਇਸ ਪ੍ਰੋਗਰਾਮ ਦਾ ਪਤਾ ਲੱਗ ਗਿਆ। ਉਹਨਾਂ ਨੇ 19 ਫਰਵਰੀ ਸਵੇਰੇ 5 ਵਜੇ ਚੂੜਕਾਨੇ ਤੋਂ ਲੰਘਦੇ ਹੋਏ ਸਰਦਾਰ ਸੁੱਚਾ ਸਿੰਘ ਦੇ ਹੱਥੀਂ ਝੱਬਰ ਨੂੰ ਜੱਥਾ ਨਾ ਲੈ ਜਾਗੇ ਦਾ ਸੁਨੇਹਾ ਭੇਜਿਆ। ਫਿਰ ਲਾਹੌਰ ਤੋਂ ਇਸ ਕੰਮ ਲਈ ਭਾਈ ਦਲੀਪ ਸਿੰਘ ਜੀ ਤੇ ਸਰਦਾਰ ਜਸਵੰਤ ਸਿੰਘ ਝਬਾਲ ਨੂੰ ਚੂੜਕਾਨੇ ਭੇਜਿਆ। ਇਸ ਵੇਲੇ ਤੱਕ ਬਹੁਤ ਸਾਰੇ ਸਿੰਘ ਉੱਥੇ ਪੁੱਜ ਚੁੱਕੇ ਸਨ। ਸਰਦਾਰ ਤੇਜਾ ਸਿੰਘ ਜੀ ਲਾਇਲਪੁਰ ਵੀ 60 ਸਿੰਘਾਂ ਦੇ ਜੱਥੇ ਸਮੇਤ ਉੱਥੇ ਪੁੱਜੇ ਹੋਏ ਸਨ। ਜੱਥਾ ਸ਼ਾਮ ਪਈ ਨਨਕਾਣਾ ਸਾਹਿਬ ਵੱਲ ਨੂੰ, ਜੋ ਇੱਥੋਂ ਤਕਰੀਬਨ 15 ਕੋਹ ਦੀ ਉਸ ਵੇਲੇ ਗਿਣਤੀ ਲਿਖੀ ਹੈ ਵੀ 15 ਕੋਹ ਦੀ ਦੂਰੀ ਤੇ ਸੀ, ਤੁਰਨ ਦੇ ਆਹਾਰ ਵਿੱਚ ਸੀ। ਉਸ ਵੇਲੇ ਭਾਈ ਦਲੀਪ ਸਿੰਘ ਜੀ ਪਹੁੰਚ ਗਏ। ਭਾਈ ਦਲੀਪ ਸਿੰਘ ਦਾ ਬਹੁਤ ਸਤਿਕਾਰ ਸੀ ਸਿੱਖ ਪਰਿਵਾਰਾਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਭਾਈ ਦਲੀਪ ਸਿੰਘ ਦਾ ਬਹੁਤ ਸਤਿਕਾਰ ਸੀ। ਲੰਮੀ ਵਿਚਾਰ ਦੇ ਮਗਰੋਂ ਸੰਤ ਤੇਜਾ ਸਿੰਘ ਜੀ ਨੇ ਕਿਹਾ, ਝੱਬਰ ਸਾਹਿਬ, ਜੇ ਤੁਸੀਂ ਸ਼੍ਰੋਮਣੀ ਪੰਥਕ ਜਥੇਬੰਦੀ ਦੇ ਹੁਕਮ ਦੀ ਉਲੰਘਣਾ ਕਰਕੇ ਜੱਥਾ ਨਨਕਾਣਾ ਸਾਹਿਬ ਲੈ ਕੇ ਜਾਓਗੇ ਤਾਂ ਤੁਸੀਂ ਗੁਰੂ ਪੰਥ ਦੇ ਦੇਣਦਾਰ ਹੋਵੋਗੇ। ਝੱਬਰ ਨੇ ਕਿਹਾ, ਆਪਸ ਵਿੱਚ ਹੋਏ ਫੈਸਲੇ ਅਨੁਸਾਰ ਜੇਕਰ ਲਛਮਣ ਸਿੰਘ ਹੋਰੀ ਜਾਂ ਨਨਕਾਣਾ ਸਾਹਿਬ ਪੁੱਜ ਗਏ, ਉੱਥੇ ਜੋ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ? ਤਾਂ ਭਾਈ ਦਲੀਪ ਸਿੰਘ ਨੇ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ। ਅਖੀਰ ਇੱਕ ਚਿੱਠੀ ਲਿਖੀ ਗਈ ਜਿਸ ਉੱਤੇ ਭਾਈ ਦਲੀਪ ਸਿੰਘ, ਸਰਦਾਰ ਜਸਵੰਤ ਸਿੰਘ ਝਬਾਲ ਤੇ 6 ਸਿੰਘਾਂ ਨੇ ਦਸਤਖਤ ਕੀਤੇ ਅਤੇ 4 ਘੋੜਸਵਾਰ, ਜਿਨ੍ਹਾਂ ਵਿੱਚ ਭਾਈ ਦਲੀਪ ਸਿੰਘ ਜੀ ਮੁਖੀ ਸਨ, ਜਥੇਦਾਰ ਲਛਮਣ ਸਿੰਘ ਹੋਣਾ ਜੱਥੇ ਨੂੰ ਰੋਕਣ ਲਈ ਉੱਥੋਂ ਚੰਦਰਕੋਟ ਦੀ ਝਾਬ ਤੇ ਉੱਤੇ ਤੁਰ ਪਏ। ਸਾਰੀ ਰਾਤ ਜੱਥੇ ਦੀ ਭਾਲ ਕਰਦੇ ਰਹੇ ਪਰ ਜੱਥਾ ਨਾ ਮਿਲਿਆ। ਜੋ ਜੱਥੇ ਜਾਂ ਇਕੱਲੇ ਦੁਗਲੇ ਸਿੰਘ ਮਿਲੇ ਉਹਨਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਇਹਨਾਂ ਨੇ ਰੋਕਿਆ, ਪਰ ਅੰਮ੍ਰਿਤ ਵੇਲੇ 4 ਵਜੇ ਦੇ ਕਰੀਬ ਇਹ ਨਨਕਾਣਾ ਸਾਹਿਬ ਦੇ ਲਾਗੇ ਪਹੁੰਚ ਗਏ। ਇੱਥੇ ਵੀ ਜੱਥੇ ਦੇ ਆਉਣ ਦੀ ਕੋਈ ਨਿਸ਼ਾਨ ਨਹੀਂ ਸੀ। ਅਖੀਰ ਭਾਈ ਦਲੀਪ ਸਿੰਘ, ਸਰਦਾਰ ਉੱਤਮ ਸਿੰਘ ਜੀ ਦੇ ਕਾਰਖਾਨੇ ਗਏ ਤੇ ਮੁੰਸ਼ੀ ਵਰਿਆਮ ਸਿੰਘ ਨੂੰ ਇਹ ਚਿੱਠੀ ਦਿੱਤੀ ਜੋ ਜੱਥੇ ਦੀ ਭਾਲ ਨਨਕਾਣਾ ਸਾਹਿਬ ਜਿਉਂਦੇ ਰਾਹਾਂ ਤੇ ਕਰਨ ਲਈ ਭੇਜਿਆ। ਮੈਂ ਇਹ ਵੀ ਦੱਸ ਰਿਹਾ ਕਿ ਸਾਹਿਬ ਵਰਿਆਮ ਸਿੰਘ ਜੀ ਸੂਹੀਏ ਸਨ ਸਿੱਖਾਂ ਦੇ, ਜੋ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ ਜੋ ਨਨਕਾਣਾ ਸਾਹਿਬ ਦੇ ਬਿਲਕੁਲ ਨਾਲ ਸੀ, ਗੁਰਦੁਆਰਾ ਸਾਹਿਬ ਦੇ ਨਾਲ,
ਉੱਥੇ ਕੰਮ ਕਰਦੇ ਸਨ ਤੇ ਨਾਲ ਸਿੱਖਾਂ ਨੂੰ ਮਹੰਤ ਦੀ ਸਾਰੀ ਸੂਹ, ਸਾਰਾ CID ਜਿਹਨੂੰ ਅਸੀਂ ਕਹਿ ਦਿੰਦੇ ਆ, ਉਹ ਸਾਹਿਬ ਰਿਆਮ ਸਿੰਘ ਜੀ ਦੇ ਥਰੂ ਮਿਲਦੀ ਰਹਿੰਦੀ ਸੀ। ਮਹੰਤ ਕੀ ਕਾਰਵਾਈਆਂ ਕਰਦਾ ਹੈ, ਕਿਉਂਕਿ ਮਹੰਤ ਨਾਲ ਇਹਨਾਂ ਨੇ ਆਪਣੇ ਸੰਬੰਧ ਇਸ ਤਰ੍ਹਾਂ ਬਣਾਏ ਹੋਏ ਸਨ ਉਹਦੀ CID ਕਰਨ ਦੇ ਲਈ। ਭਾਈ ਲਛਮਣ ਸਿੰਘ ਜੀ ਤੇ ਭਾਈ ਟਹਿਲ ਸਿੰਘ ਜੀ ਦਾ ਜੱਥਾ ਆਪਣੇ ਪਿੰਡੋਂ 19 ਫਰਵਰੀ ਨੂੰ ਤੁਰ ਪਿਆ ਸੀ। ਇਸ ਜੱਥੇ ਦੇ ਸਿੰਘਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਲਈ ਆਪਣਾ ਸਿਰ ਲਾਉਣ ਦਾ ਪ੍ਰਣ ਲੈ ਲਿਆ। ਇਸ ਵਿੱਚ 3 ਸਿੰਘਣੀਆਂ, ਜਿਨ੍ਹਾਂ ਵਿੱਚ ਭਾਈ ਲਛਮਣ ਸਿੰਘ ਦੀ ਸਿੰਘਣੀ ਸੀ। ਇਹ ਜੱਥਾ ਚਲਦਾ ਚਲਦਾ ਜਦੋਂ ਚੰਦਰਕੋਟ ਦੀ ਢਾਬ ਤੇ ਪੁੱਜਿਆ, 6 ਮੀਲ ਦੀ ਦੂਰੀ ਤੇ ਪਹੁੰਚ ਗਿਆ। ਇੱਥੇ ਤੱਕ ਤਕਰੀਬਨ 150 ਦੇ ਕਰੀਬ ਸਿੰਘ ਜਿਹੜੇ ਸਨ ਉਹ ਇਸ ਜੱਥੇ ਵਿੱਚ ਸ਼ਾਮਲ ਹੋ ਗਏ। ਇਹਨਾਂ ਤੋਂ ਚੰਦਰਕੋਟ ਦੀ ਢਾਬ ਤੇ ਝੱਬਰ ਜੀ ਦੇ ਜੱਥੇ ਆਉਣ ਦੀ ਖਬਰ ਤੋਂ ਪਹਿਲਾਂ ਹੀ ਇਹਨਾਂ ਨੇ ਚਾਲੇ ਪਾ ਦਿੱਤੇ ਵੀ ਜਦੋਂ ਅਸੀਂ ਸ਼ੁਭ ਕੰਮ ਲਈ ਆਏ ਹਾਂ ਤੇ ਢਿੱਲ ਕੀ ਕਰਨੀ ਹੈ। ਨਨਕਾਣਾ ਸਾਹਿਬ ਦੇ ਜਨਮ ਸਥਾਨ ਵੱਲ ਤੁਰ ਪਏ। ਭਾਈ ਲਛਮਣ ਸਿੰਘ ਜੀ ਜਥੇਦਾਰ ਨੇ ਕੋਟ ਦਰਬਾਰ ਦੀ ਜੂਹ ਵਿੱਚ ਇਸ ਜੱਥੇ ਨੂੰ ਰੋਕ ਕੇ ਸਾਰੇ ਸਿੰਘਾਂ ਪਾਸੋਂ ਹੱਥ ਨਾ ਚੁੱਕਣ ਦੀ ਤੇ ਸ਼ਾਂਤਮਈ ਰਹਿ ਕੇ ਸ਼ਹੀਦੀ ਪ੍ਰਾਪਤ ਕਰਨ ਦਾ ਪ੍ਰਣ ਲਿਆ। ਇੱਥੋਂ ਤੋਂ ਅੱਗੇ ਵੱਧ ਕੇ ਜਦੋਂ ਜੱਥਾ ਗੁਰਦੁਆਰਾ ਜਨਮ ਸਥਾਨ ਤੋਂ ਅੱਧੇ ਕੁ ਮੀਲ ਦੇ ਦੂਰ ਭੱਠਿਆਂ ਵਾਲੀ ਥਾਂ ਤੇ ਪੁੱਜਾ ਤਾਂ ਜਥੇਦਾਰ ਲਛਮਣ ਸਿੰਘ ਜੀ ਨੇ ਆਪਣੀ ਸਿੰਘਣੀ ਬੀਬੀ ਇੰਦਰ ਕੌਰ ਤੇ ਹੋਰ ਬੀਬੀਆਂ ਨੂੰ ਭਾਈ ਹਾਕਮ ਸਿੰਘ ਨਾਲ ਗੁਰਦੁਆਰਾ ਤੰਬੂ ਸਾਹਿਬ ਵੱਲ ਭੇਜ ਦਿੱਤਾ। ਤੇ ਇਸ ਸਮੇਂ ਭਾਈ ਟਹਿਲ ਸਿੰਘ ਨੇ ਆਪਣੀ ਜੇਬ ਵਿੱਚੋਂ 18 ਰੁਪਏ ਕੱਢ ਕੇ ਬੀਬੀ ਇੰਦਰ ਕੌਰ ਨੂੰ ਦਿੱਤੇ ਤੇ ਇਹ ਕਿਹਾ ਕਿ ਤੁਹਾਡੇ ਵਰਗੀਆਂ ਭੈਣਾਂ ਸਾਡੀ ਸ਼ਹਾਦਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਦੇਣਗੀਆਂ। ਤੇ ਜਥੇਦਾਰ ਲਛਮਣ ਸਿੰਘ ਜੀ ਨੇ ਫਿਰ ਇੱਥੇ ਇੱਕ ਅਰਦਾਸਾ ਸੋਧਿਆ। ਅਰਦਾਸੇ ਦੇ ਸ਼ਬਦ ਹਨ, ਗੁਰੂ ਨਾਨਕ ਤੇਰੇ ਦਰ ਦੇ ਕੂਕਰ ਤੇਰੇ ਦਰਸ਼ਨਾਂ ਨੂੰ ਆਏ ਹਨ ਤੇ ਇਰਾਦਾ ਧਾਰਿਆ ਹੈ ਤੇਰੇ ਦਰ ਤੇ ਹੋ ਰਹੀਆਂ ਕੁਰੀਤੀਆਂ ਨੂੰ ਆਪਣਾ ਖੂਨ ਪਾ ਕੇ ਧੋ ਦੇਣ ਦਾ। ਤੂੰ ਬਲ ਬਖਸ਼ੀ ਅਸੀਂ ਇਸ ਕੰਮ ਨੂੰ ਸਿਰੇ ਚਾੜ ਸਕੀਏ ਜਾਂ ਆਪਣੇ ਸਰੀਰ ਰੂਪੀ ਠੀਕਰੇ ਤੇਰੇ ਦਰ ਤੇ ਭੰਨ ਸਕੀਏ। ਇਹ ਸ਼ਬਦ ਹਨ ਭਾਈ ਲਛਮਣ ਸਿੰਘ ਜੀ ਨੇ ਜੋ ਅਰਦਾਸ ਉਸ ਵੇਲੇ ਕੀਤੀ। ਜੱਥਾ ਅੱਗੇ ਵਧਣ ਲੱਗਾ ਸੀ। ਭਾਈ ਵਰਿਆਮ ਸਿੰਘ ਜੀ ਜੱਥੇ ਦੀ ਭਾਲ ਵਿੱਚ ਫਿਰ ਰਹੇ ਸਨ, ਉਹ ਪੁੱਜ ਗਏ। ਭਾਈ ਲਛਮਣ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਫੈਸਲੇ ਅਨੁਸਾਰ ਸੱਚੇ ਸੌਦੇ ਦੇ ਸਿੰਘਾਂ ਦੇ ਦਸਤਖਤਾਂ ਵਾਲੀ ਚਿੱਠੀ ਦਿੱਤੀ ਤੇ ਜੱਥੇ ਨੂੰ ਰੋਕਣ ਦੀ ਖਬਰ ਦਿੱਤੀ। ਇਸ ਗੱਲ ਤੇ ਜੱਥੇ ਨੇ ਸਿੰਘਾਂ ਨੂੰ ਇੱਕ ਅਜੀਬ ਜਿਹੀ ਦੁਚਿੱਤੀ ਵਿੱਚ ਪਾ ਦਿੱਤਾ। ਨਵੇਂ ਪੈਦਾ ਹੋਏ ਹਾਲਾਤ ਵਿੱਚ ਹੁਣ ਵਿਚਾਰ ਸ਼ੁਰੂ ਹੋਈ। ਪਰ ਭਾਈ ਟਹਿਲ ਸਿੰਘ ਹੋਰਾਂ ਨੇ ਇਹ ਗੱਲ ਕਹਿਤੀ, ਖਾਲਸਾ ਜੀ ਹੁਣ ਸੋਚਣ ਦਾ ਵੇਲਾ ਨਹੀਂ, ਅਸੀਂ ਆਪਣੀਆਂ ਜ਼ਿੰਦਗੀਆਂ ਗੁਰਦੁਆਰੇ ਦੀ ਖਾਤਰ ਲਾਉਣ ਦਾ ਵਚਨ ਦੇ ਚੁੱਕੇ ਹਾਂ, ਅਰਦਾਸ ਕਰ ਚੁੱਕੇ ਹਾਂ, ਅਸੀਂ ਪ੍ਰਣ ਕਰ ਚੁੱਕੇ ਹਾਂ ਤੇ ਇਹੋ ਇਰਾਦਾ ਧਾਰ ਕੇ ਅਸੀਂ ਘਰਾਂ ਤੋਂ ਤੁਰੇ ਸਾਂ। ਅਸੀਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣਾ ਹੈ ਜਾਂ ਆਪਣੇ ਸਰੀਰ ਦੇ ਠੀਕਰੇ ਦੇ ਦਰ ਤੇ ਭੰਨਣੇ ਹਨ। ਇਹੋ ਅਰਦਾਸ ਅਸੀਂ ਹੁਣ ਕੀਤੀ ਹੈ। ਆਪਣੇ ਕੀਤੇ ਤੋਂ ਬਚਣਾ ਤੋਂ ਮੁੱਕਰ ਜਾਣਾ ਸੂਰਮਿਆਂ ਦਾ ਕੰਮ ਨਹੀਂ ਹੁੰਦਾ। ਮੈਂ ਵਾਪਸ ਨਹੀਂ ਜਾਵਾਂਗਾ। ਕੋਈ ਭਾਵੇਂ ਮੇਰੇ ਨਾਲ ਕੋਈ ਜਾਵੇ ਜਾਂ ਨਾ ਜਾਵੇ, ਮੈਂ ਸਿੱਧਾ ਗੁਰਦੁਆਰਾ ਸਾਹਿਬ ਜਾਵਾਂਗਾ। ਤੇ ਉੱਥੇ ਇਉਂ ਕਹਿ ਕੇ ਭਾਈ ਟਹਿਲ ਸਿੰਘ ਜੀ ਨੇ ਕਹਿੰਦੇ ਹੋਇਆ ਆਪਣੇ ਚਾਲੇ ਸਨ ਗੁਰੂ ਨਾਨਕ ਦੇ ਜਨਮ ਸਥਾਨ ਵਾਲੇ ਪਾਸੇ ਪਾ ਦਿੱਤੇ। ਫਿਰ ਕੌਣ ਸੀ ਜਿਹੜਾ ਪਿੱਛੇ ਹਟਦਾ? ਜਿੰਨੇ ਵੀ ਸਿੰਘ ਸ਼ਾਮਲ ਸਨ ਉਹ ਤੁਰ ਪਏ। ਮਹੰਤ ਜੋ ਨਰੈਣ ਦਾਸ ਨੇ 19 ਫਰਵਰੀ ਨੂੰ 3:44 ਦੀ ਗੱਡੀ ਤੇ ਸਵਾਰ ਸੀ, ਲਾਹੌਰ ਜਾਣਾ ਸੀ। ਗੱਡੀ ਚੱਲਣ ਤੋਂ ਪਹਿਲਾਂ ਹੀ ਕਿਸੇ ਮੁਸਲਮਾਨ ਨੇ ਆ ਕੇ ਖਬਰ ਦਿੱਤੀ ਕਿ ਜੱਥਾ ਆ ਗਿਆ ਹੈ। ਉਹ ਮਹੰਤ ਨੇ ਉੱਥੋਂ ਗੱਡੀ ਤੋਂ ਉਤਰ ਕੇ ਸਾਰੀ ਰਾਤ ਤਿਆਰੀ ਵਿੱਚ ਬਿਤਾਈ ਤੇ ਜਿਹੜੇ ਬਦਮਾਸ਼ ਉਹਨੇ ਕਾਇਮ ਕੀਤੇ ਸਨ ਉਹਨਾਂ ਦੀਆਂ ਡਿਊਟੀਆਂ ਉਹਨੇ ਲਾ ਦਿੱਤੀਆਂ। ਅਕਾਲੀਆਂ ਨੇ ਅਗਲੇ ਦਿਨ ਸਵੇਰੇ 20 ਫਰਵਰੀ 1921 ਨੂੰ ਜਨਮ ਸਥਾਨ ਦੇ ਬਾਹਰ ਤਲਾਬ ਤੇ ਇਸ਼ਨਾਨ ਕੀਤਾ। 5:45 ਤੇ 6 ਵਜੇ ਦੇ ਕਰੀਬ ਸਾਰੇ ਗੁਰਦੁਆਰੇ ਦੇ ਅੰਦਰ ਦਾਖਲ ਹੋਏ। ਮਹੰਤ ਦੇ ਗੁੰਡੇ ਬਦਮਾਸ਼ ਅੱਗੇ ਤਿਆਰ ਬੈਠੇ ਹੋਏ ਸਨ। ਅੰਦਰ ਪੁੱਜਦੇ ਸਾਰ ਹੀ ਮੱਥਾ ਟੇਕ ਕੇ ਸਰ ਲਛਮਣ ਸਿੰਘ ਧਾਰੋਵਾਲ ਨੇ ਜੱਥੇ ਦੇ ਸਾਰੇ ਸਿੰਘਾਂ ਨੂੰ ਆਪਣੇ ਥਾਂ ਤੇ ਡਿਊਟੀਆਂ ਲਾ ਦਿੱਤੀਆਂ। ਆਪ ਕੁਝ ਸਿੰਘਾਂ ਸਮੇਤ ਗੁਰਦੁਆਰੇ ਦੇ ਪ੍ਰਕਾਸ਼ ਸਥਾਨ ਦੇ ਅੰਦਰ ਦਾਖਲ ਹੋ ਗਏ। ਭਾਈ ਲਛਮਣ ਸਿੰਘ ਉਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਤੇ ਬਾਕੀ ਸਿੰਘ ਹੇਠਾਂ ਬੈਠ ਗਏ। ਆਸਾ ਕੀ ਵਾਰਤ ਦਾ ਕੀਰਤਨ ਆਰੰਭ ਕੀਤਾ। ਭਾਈ ਨਰੈਣ ਦਾਸ ਆਪਣੇ ਦੱਖਣ ਦੀ ਗੁੱਠ ਵਿੱਚ, ਮਹੰਤ ਨਰੈਣ ਦਾਸ ਦੱਖਣ ਵਾਲੀ ਖੂੰਜੇ ਦੇ ਵਿੱਚ ਗੁੱਠ ਵਿੱਚ ਮਹਿਮਾਨ ਖਾਨੇ ਤੇ ਚੁਬਾਰੇ 'ਚ ਸਾਰਾ ਕੌਤਕ ਵੇਖ ਰਿਹਾ ਸੀ। ਉਸਨੇ ਆਪਣੀ ਆਦਮੀਆਂ ਰਾਂਝਾ, ਰਿਹਾਣਾ, ਮਾਛੀ ਤੇ ਪਠਾਨਾਂ ਨੂੰ ਮਿੱਥੀ ਹੋਈ ਕਾਰਵਾਈ ਕਰਨ ਦਾ ਹੁਕਮ ਦਿੱਤਾ। ਗੁਰਦੁਆਰੇ ਅੰਦਰ ਸੰਗਤ ਵਿੱਚ ਜਿਹੜੇ ਸਾਧੂ ਬੈਠੇ ਸਨ ਉਹ ਹੌਲੀ-ਹੌਲੀ ਉੱਥੋਂ ਖਿਸਕ ਗਏ। ਉਹਨਾਂ ਨੂੰ ਪਤਾ ਸੀ ਗੇਟ ਬੰਦ ਕਰ ਦਿੱਤੇ ਗਏ। ਇੱਕਦਮ ਗੁਰੂ ਨਾਨਕ ਦੇ ਜਨਮ ਸਥਾਨ ਦੇ ਉੱਤੇ ਸਾਰੇ ਸਿੰਘ ਜਿੱਥੇ ਵੀ ਸਨ, ਛੱਤਾਂ ਦੇ ਸਨ ਜਾਂ ਥੱਲੇ ਸਨ, ਉਹ ਗੋਲੀਆਂ ਦੇ ਨਾਲ ਫੁੰਡ ਦਿੱਤੇ ਗਏ। ਭਾਈ ਟਹਿਲ ਸਿੰਘ ਜੀ ਜੋ ਦੱਖਣੀ ਦਰਵਾਜ਼ੇ ਤੇ ਡਿਊਟੀ ਦੇ ਰਹੇ ਸਨ ਸ਼ਹੀਦ ਹੋ ਗਏ। ਉਸ ਤੋਂ ਬਾਅਦ ਮਹੰਤ ਦੇ ਆਦਮੀ ਬੰਦੂਕਾਂ, ਬਰਛਿਆਂ, ਗੜਾਸੇ ਲੈ ਕੇ ਗੁਰੂ ਨਾਨਕ ਦੇ ਜਨਮ ਸਥਾਨ ਦੇ ਅੰਦਰ ਦਾਖਲ ਹੋ ਗਏ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਰੂਪ ਨੂੰ ਵੀ ਕਈ ਗੋਲੀਆਂ ਵੱਜੀਆਂ
ਔਰ ਭਾਈ ਲక్ష్మణ ਸਿੰਘ ਜੀ ਜੋ ਤਾਬਿਆ ਬੈਠੇ ਹੋਏ ਸਨ ਉਹ ਵੀ ਉੱਥੇ ਜਿਹੜੇ ਸਨ ਜ਼ਖਮੀ ਹੋ ਗਏ, ਉਹਨਾਂ ਨੂੰ ਵੀ ਗੋਲੀਆਂ ਵੱਜੀਆਂ। ਗੁਰੂ ਨਾਨਕ ਦੇ ਜਨਮ ਸਥਾਨ ਦੇ ਅੰਦਰ ਲਗਾਤਾਰ ਗੋਲੀ ਚੱਲਣ ਦੀ ਆਵਾਜ਼ ਦੂਰ ਦੁਰਾਡੇ ਤੱਕ ਹੁਣ ਸੁਣਾਈ ਦੇਣ ਲੱਗ ਪਈ। ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਜਿਨ੍ਹਾਂ ਨੇ ਜ਼ਿੰਮੇਵਾਰੀ ਜਥੇ ਨੂੰ ਰੋਕਣ ਦੀ ਲਈ ਸੀ, ਉਹ ਗੁਰਦੁਆਰੇ ਵੱਲ ਭੱਜ ਤੁਰੇ। ਭਾਈ ਵਰਿਆਮ ਸਿੰਘ ਹੁਰੀ ਲక్ష్మణ ਸਿੰਘ ਦੇ ਜਥੇ ਨੂੰ ਮੋੜਨ ਵਿੱਚ ਸਫਲ ਹੋਣ ਲਈ ਭਾਈ ਦਲੀਪ ਸਿੰਘ ਨੂੰ ਇਹ ਗੱਲ ਦੱਸਣ ਲਈ ਅਜੇ ਕਾਰਖਾਨੇ ਪੁੱਜੇ ਸਨ ਕਿ ਹਾਲਾਂ ਆਪਣੀ ਗੱਲ ਦੱਸ ਹੀ ਰਹੇ ਸਨ ਕਿ ਉਹਨਾਂ ਨੂੰ ਵੀ ਗੋਲੀਆਂ ਚੱਲਣ ਦੀ ਆਵਾਜ਼ਾਂ ਆ ਗਈਆਂ। ਸਰ ਉੱਤਮ ਸਿੰਘ ਨੇ ਉਹਨਾਂ ਨੂੰ ਬੜਾ ਰੋਕਿਆ, ਪਰ ਇੱਕ ਨਾ ਸੁਣੀ। ਭਾਈ ਦਲੀਪ ਸਿੰਘ ਦੇ ਮਨ ਦੀ ਦਸ਼ਾ ਦਾ ਦੱਸਣੀ ਬੜੀ ਹੀ ਕਠਿਨ ਸੀ। ਇਤਿਹਾਸ ਇਹ ਲਿਖਦਾ ਹੈ ਕਿਉਂਕਿ ਉਹਨਾਂ ਨੇ ਵਚਨ ਦਿੱਤਾ ਸੀ ਕਿ ਮੈਂ ਜਥੇ ਨੂੰ ਰੋਕਾਂਗਾ। ਉਹ ਭਾਈ ਲక్ష్మణ ਸਿੰਘ ਹੋਰਾਂ ਦੇ ਜਥੇ ਨੂੰ ਰੋਕਣ ਵਿੱਚ ਕਾਮਯਾਬ ਨਾ ਹੋਏ। ਭਾਈ ਦਲੀਪ ਸਿੰਘ ਸੁਰਖਰੂ ਹੋਣ ਵਾਸਤੇ 1 ਮੀਲ ਦੀ ਦੂਰੀ ਤੋਂ ਹੀ ਵਰਿਆਮ ਸਿੰਘ ਸਮੇਤ ਉੱਥੋਂ ਦੌੜ ਪਏ। ਮਹੰਤ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਆਪ ਦਾ ਸਤਿਕਾਰ ਵੀ ਕਰਦਾ ਸੀ, ਪਰ ਦੋਵੇਂ ਜਦੋਂ ਦਰਸ਼ਨੀ ਦਰਵਾਜ਼ੇ ਦੇ ਅੱਗੇ ਪਹੁੰਚੇ ਉਸ ਵੇਲੇ ਮਹੰਤ ਦੀ ਚੰਡਾਲ ਚੌਂਕੜੀ ਬਾਹਰੋਂ ਆਏ ਨਵੇਂ ਸਿੰਘਾਂ ਉੱਤੇ ਹਮਲੇ ਕਰ ਰਹੀ ਸੀ ਤੇ ਸਿੰਘਾਂ ਨੂੰ ਅੰਨ੍ਹੇਵਾਹ ਕਤਲ ਕੀਤਾ ਜਾ ਰਿਹਾ ਸੀ। ਭਾਈ ਜੀ ਨੇ ਹੱਥ ਜੋੜ ਕਿਹਾ, ਉਹ ਮਹੰਤ ਜੀ ਨਾ ਕਰੋ ਇਹ ਕਤਲ, ਬੰਦ ਕਰੋ ਕਤਲਾਮ, ਮੈਂ ਅੱਜ ਵੀ ਤੁਹਾਨੂੰ ਪੰਥ ਤੋਂ ਮਾਫੀ ਦਵਾ ਦਿਆਂਗਾ। ਪਰ ਮਹੰਤ ਤਾਂ ਅੰਨਾ ਹੋਇਆ ਸੀ। ਉਹਨੇ ਭਾਈ ਦਲੀਪ ਸਿੰਘ ਨੂੰ ਪਿਸਤੌਲ ਦੀ ਗੋਲੀ ਨਾਲ ਸ਼ਹੀਦ ਕਰ ਦਿੱਤਾ। ਮਹੰਤ ਦੇ ਬੰਦਿਆਂ ਨੇ ਸਰਦਾਰ ਵਰਿਆਮ ਸਿੰਘ ਦੇ ਟੁਕੜੇ ਕਰ ਦਿੱਤੇ। ਇਹਨਾਂ ਦੋਹਾਂ ਸਿੰਘਾਂ ਦੇ ਸਰੀਰਾਂ ਨੂੰ 5-6 ਸਿੰਘਾਂ ਦੇ ਨਾਲ ਲੱਗਦੀਆਂ ਘੁਮਿਆਰਾਂ ਦੀਆਂ ਪੱਠੀਆਂ ਵੀ ਸੁੱਟ ਦਿੱਤਾ ਗਿਆ। ਚੁਖੱਟੀ ਦੇ ਅੰਦਰ ਕੁਝ ਸਿੰਘ ਸ਼ਹੀਦ ਕੀਤੇ ਗਏ, ਕੁਝ ਫੱਟੜ ਹੋਏ, ਉਹਨਾਂ ਨੂੰ ਟੁਕੜੇ ਕਰ ਦਿੱਤਾ। 25 ਕੁ ਸਿੰਘ ਕਮਰਿਆਂ ਵਿੱਚ ਚਲੇ ਗਏ। ਉੱਥੇ ਮਹੰਤ ਦੀ ਧਾੜ ਨੇ ਗੋਲੀਆਂ ਨਾਲ, ਟਕੂਆਂ ਤੇ ਕੜਾਸਿਆਂ ਦੇ ਨਾਲ ਇੱਟਾਂ ਮਾਰ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ। ਇਸ ਵੇਲੋਂ ਬਾਹਰੋਂ ਸਿੰਘਾਂ ਦੇ ਜਕਾਰੇ ਛੱਡਣ ਦੀ ਆਵਾਜ਼ ਆਈ। ਇਹਨਾਂ ਗੁੰਡਿਆਂ ਬਦਮਾਸ਼ਾਂ ਨੇ ਉਹਨਾਂ ਤੇ ਵੀ ਹਮਲਾ ਕਰਕੇ ਜਾ ਕੇ ਉਹਨਾਂ ਤੇ ਟੁੱਟ ਪਏ। ਉਹਨਾਂ ਸਿੱਖਾਂ ਨੂੰ ਵੀ ਸ਼ਹੀਦ ਕਰ ਦਿੱਤਾ। ਮਹੰਤ ਖੁਦ ਘੋੜੇ ਤੇ ਸਵਾਰ ਹੋ ਕੇ ਇਸ ਕਤਲੇਆਮ ਦੀ ਅਗਵਾਈ ਕਰ ਰਿਹਾ ਸੀ। ਮੂੰਹ ਤੇ ਉਹਨੇ ਚਾਦਰ ਲਪੇਟੀ ਹੋਈ, ਘੋੜੇ ਤੇ ਚੜਿਆ ਹੋਇਆ, ਕਦੀ ਇੱਧਰ ਜਾਂਦਾ ਤੇ ਕਦੀ ਇੱਧਰ ਜਾਂਦਾ, ਉੱਚੀ ਢੰਡੋਰਾ ਦੇ ਰਿਹਾ ਸੀ। ਕੋਈ ਕੇਸਾਂ ਵਾਲਾ ਸਿੱਖ ਜਿਉਂਦਾ ਨਾ ਰਹਿਣ ਦਿਓ, ਕੋਈ ਕੇਸਾਂ ਵਾਲਾ ਸਿੱਖ ਬਚਣਾ ਨਹੀਂ ਚਾਹੀਦਾ। 2-3 ਜਾ ਕੇ ਸਿੰਘਾਂ ਨੂੰ ਖੇਤਾਂ ਵਿੱਚ ਜਾ ਕੇ ਵੀ ਸ਼ਹੀਦ ਕਰ ਦਿੱਤਾ ਗਿਆ। ਰੇਲਵੇ ਲਾਈਨਾਂ ਤੱਕ ਜਿਹੜਾ ਵੀ ਸਿੱਖ ਨਜ਼ਰ ਆਇਆ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ 12 ਸਾਲ ਦਾ ਲੜਕਾ ਚੁਖੰਡੀ ਅੰਦਰ ਇੱਕ ਵੱਡੀ ਖੁੱਲੀ ਕੰਧ ਵਿੱਚ ਅਲਮਾਰੀ ਵਿੱਚ ਲੁਕ ਕੇ ਬਚ ਗਿਆ ਸੀ। ਇਹ ਲੜਕਾ ਜ਼ਿਲ੍ਹਾ ਪਟਿਆਲਾ ਨਿਵਾਸੀ ਸ਼ਹੀਦ ਕੇਹਰ ਸਿੰਘ ਦਾ ਪੁੱਤਰ ਸੀ, ਜੋ ਪਿਤਾ ਦੇ ਨਾਲ ਜੱਥੇ ਵਿੱਚ ਸ਼ਾਮਲ ਸੀ। ਇਸ ਨੂੰ ਅਲਮਾਰੀ ਵਿੱਚੋਂ ਕੱਢ ਕੇ ਬਲਦੀ ਹੋਈ ਅੱਗ ਵਿੱਚ ਸੁੱਟ ਦਿੱਤਾ ਗਿਆ। ਜਿਸ ਵੇਲੇ ਸਾਰੇ ਸਿੰਘ ਸ਼ਹੀਦ ਹੋ ਗਏ ਜਾਂ ਫੱਟੜ ਹੋ ਗਏ, ਮਹੰਤ ਨੇ ਹੁਕਮ ਕੀਤਾ ਕਿ ਸਾਰੀਆਂ ਲੋਥਾਂ ਨੂੰ ਇਕੱਠੀਆਂ ਕਰਕੇ ਕੇਵਲ 4 ਲੋਥਾਂ ਨੂੰ ਰਹਿਣ ਦਿਓ, ਬਾਕੀ ਨੂੰ ਮਿੱਟੀ ਦਾ ਤੇਲ ਪਾ ਕੇ ਸੜ ਦਿਓ। ਇਹਨਾਂ ਵਿੱਚੋਂ ਇੱਕ ਸਰਦਾਰ ਮੰਗਲ ਸਿੰਘ ਜੀ, ਇੱਕ ਭਾਈ ਲక్ష్మణ ਸਿੰਘ ਦਾ ਜੋ ਭਾਈ ਲక్ష్మణ ਸਿੰਘ ਦਾ ਪੁੱਤਰ ਬਣਿਆ ਹੋਇਆ ਸੀ, ਇੱਕ ਸਾਧੂ ਵੀ ਸੀ ਜੋ ਕਿਸੇ ਬਦਮਾਸ਼ ਦੀ ਗੋਲੀ ਨਾਲ ਮਾਰਿਆ ਗਿਆ ਸੀ। ਇਸ ਤਰ੍ਹਾਂ ਫੱਟੜਾਂ ਦੇ 2-3 ਲੋਥਾਂ ਦੇ ਢੇਰ ਬਣਾ ਕੇ ਅੱਗ ਲਾ ਕੇ ਸਾੜੇ ਗਏ। ਇੱਕ ਸਿੰਘ ਜੋ ਸ਼ਾਇਦ ਭਾਈ ਲక్ష్మణ ਸਿੰਘ ਜੀ ਸਨ, ਉਹਨਾਂ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਤਾਰਾਂ ਨਾਲ ਵਲਿਆ ਹੋਇਆ ਅੱਧ ਸੜਿਆ ਸਰੀਰ ਜੰਡ ਬਾਅਦ ਵਿੱਚ ਸਿੱਖਾਂ ਨੇ ਅੱਖਾਂ ਨਾਲ ਦੇਖਿਆ ਹੈ। ਇਹ ਜੰਡ ਅੱਜ ਵੀ ਨਨਕਾਣਾ ਸਾਹਿਬ ਦੀ ਜੂਹ ਵਿੱਚ ਹੁੱਕਾ ਦਿੰਦੀ ਹੈ ਤੇ ਭਾਈ ਲక్ష్మణ ਸਿੰਘ ਦਾ ਬੱਧੇ ਹੋਏ ਸਰੀਰ ਨੂੰ, ਅੱਧ ਸੜੇ ਹੋਏ ਸਰੀਰ ਦੀਆਂ ਕਹਾਣੀਆਂ ਸਾਨੂੰ ਸੁਣਾਉਂਦੀ ਹੈ। ਇਸ ਤੋਂ ਬਾਅਦ ਮਹੰਤ ਘੋੜੇ ਤੇ ਸਵਾਰ ਹੋ ਕੇ ਕੁਝ ਸਾਥੀਆਂ ਨਾਲ ਸ਼ਹਿਰ ਵੱਲ ਨੂੰ ਭੱਜ ਤੁਰਿਆ। ਜਿੱਥੇ ਵੀ ਕੋਈ ਸਿੱਖ ਨਜ਼ਰ ਆਇਆ ਉਹਨੂੰ ਉੱਥੇ ਕਤਲ ਕਰ ਦਿੱਤਾ ਗਿਆ। ਹੁਣ ਇਸ ਤੋਂ ਅਗਲੀ ਕਹਾਣੀ ਜਿਹੜੀ ਸ਼ੁਰੂ ਹੁੰਦੀ ਹੈ ਉਹ ਹੈ, ਉਸ ਤੋਂ ਅਗਲੀ ਕਹਾਣੀ ਜਦੋਂ ਇਹ ਸਾਕਾ ਵਰਤ ਗਿਆ ਤਾਂ ਇਹ ਸਾਕੇ ਦੀ ਖਬਰ ਭਾਈ ਸਰਦਾਰ ਕਰਤਾਰ ਸਿੰਘ ਝੱਬਰ ਜੀ ਨੂੰ ਵੀ ਉੱਥੇ ਮਿਲ ਗਈ। ਕਿਉਂ ਕਿਹਾ ਜਾਂਦਾ ਹੈ ਕਿ 150 ਤੋਂ ਲੈ ਕੇ 160-65 ਤੱਕ ਇਹਨਾਂ ਵਿੱਚੋਂ ਸਿੰਘ ਇੱਥੇ ਨਨਕਾਣਾ ਸਾਹਿਬ ਸਿੰਘ ਸ਼ਹੀਦ ਹੋਏ। ਕੇਵਲ 86 ਦੇ ਨਾਂ ਹੀ ਸਾਨੂੰ ਮਿਲਦੇ ਹਨ, ਜੋ ਅਸੀਂ ਸਿੱਖ ਮਿਸ਼ਨਰੀ ਕਾਲਜ ਵੱਲੋਂ ਛਪੀ ਕਿਤਾਬ ਦੇ ਪਿੱਛੇ ਵੀ ਉਹਨਾਂ ਦੀ ਲਿਸਟ ਲਾਈ ਹੈ, ਜਿਨ੍ਹਾਂ ਦੇ 86 ਨਾਮ ਜੋ ਸਾਨੂੰ ਇਤਿਹਾਸ ਵਿੱਚੋਂ ਅਜੇ ਤੱਕ ਮਿਲੇ ਹਨ। ਤਾਂ ਉਧਰ 20 ਫਰਵਰੀ ਜੋ ਖਬਰ ਸੀ ਸਰਦਾਰ ਕਰਤਾਰ ਸਿੰਘ ਝੱਬਰ ਜੀ ਨੂੰ ਮਿਲ ਗਈ। ਇਸ ਸਮੇਂ ਉਹਨਾਂ ਦੀ ਹਾਲਾਤ ਜਿਹੜੀ ਸੀ ਉਹ ਦੇਖਣ ਯੋਗ ਸੀ। ਉਹ ਆਪਣੇ ਆਪ ਨੂੰ ਦੋਸ਼ੀ ਮੰਨਦੇ ਸਨ ਕਿ ਮੈਂ ਜੱਥਾ ਲੈ ਕੇ ਨਹੀਂ ਗਿਆ, ਜਿਸ ਕਰਕੇ ਇਹ ਕਾਂਡ ਜਿਹੜਾ ਸੀ ਇਹ ਵਾਪਰ ਗਿਆ। ਉਹਨਾਂ ਨੇ ਫੈਸਲਾ ਕੀਤਾ ਕਿ ਹੁਣੇ ਹੀ ਦਰਬਾਰ ਸਾਹਿਬ ਨਨਕਾਣਾ ਸਾਹਿਬ ਵੱਲ ਨੂੰ ਜਿਹੜਾ ਹੈ ਉਹ ਕੂਚ ਕੀਤਾ ਜਾਵੇ। 20 ਫਰਵਰੀ ਰਾਤ ਦੇ 11 ਵਜੇ ਤੱਕ 1500 ਸਿੰਘਾਂ ਦੀ ਗਿਣਤੀ ਸੀ, ਜੋ ਬਾਅਦ ਵਿੱਚ 4000 ਤੋਂ ਉੱਪਰ ਹੋ ਗਈ, ਜਿਨ੍ਹਾਂ ਵਿੱਚ ਬੀਬੀਆਂ ਤੇ ਬੱਚੇ ਵੀ ਬਿਰਧ ਵੀ ਸ਼ਾਮਲ ਸਨ। ਜੱਥਾ ਨਨਕਾਣਾ ਸਾਹਿਬ ਤੋਂ 2 ਮੀਲ ਦੀ ਦੂਰੀ ਤੇ ਪਹੁੰਚਿਆ ਤਾਂ ਝੱਬਰ ਜੀ ਨੇ ਸਭ ਨੂੰ ਖੜਾ ਕਰਕੇ ਇੱਕ ਲਕੀਰ ਖਿੱਚ ਦਿੱਤੀ। ਉਹਨਾਂ ਕਿਹਾ, ਸਿੰਘਾਂ ਅੱਗੇ ਇਸ ਲਕੀਰ ਨੂੰ ਉਹੀ ਪਾਰ ਕਰੇ ਜਿਹਨੇ ਸ਼ਹੀਦੀ ਪ੍ਰਾਪਤ ਕਰਨੀ ਹੈ। ਇਸ ਤਰ੍ਹਾਂ 2200 ਸਿੰਘ ਸਿੰਘਣੀਆਂ ਸਿਰ ਤੇ ਖੱਫਣ ਬੰਨ੍ਹ ਕੇ ਉਸ ਲਕੀਰ ਨੂੰ ਪਾਰ ਕਰਕੇ ਖੜੇ ਹੋ ਗਏ।
ਜਥੇਦਾਰ ਝੱਬਰ ਜੀ ਨੇ 200 ਸਿੰਘਾਂ ਦੇ 11 ਜਥੇ ਬਣਾ ਦਿੱਤੇ। ਉਹਨਾਂ ਨੇ ਜਥੇਦਾਰ ਥਾਪ ਦਿੱਤੇ। ਆਪ ਗੁਰਦੁਆਰਾ ਜਨਮ ਸਥਾਨ ਵੱਲ ਨੂੰ ਮਾਰਚ ਕੀਤਾ। ਸੱਤ ਹੋ ਗਏ ਘੋੜੇ ਤੇ ਸਵਾਰ ਹੋ ਗਏ। ਸਰਦਾਰ ਕਰਤਾਰ ਸਿੰਘ ਝੱਬਰ ਆਪ ਸਨ। ਇਹ ਜਥੇ ਦਾ ਹਰ ਸਿੰਘ ਜਿਹੜਾ ਸੀ ਉਹ ਹਥਿਆਰਾਂ ਦੇ ਨਾਲ, ਛਵੀਆਂ, ਗੜਾਸਿਆਂ, ਕਿਰਪਾਨਾਂ ਤੇ ਡਾਂਗਾਂ ਦੇ ਨਾਲ ਲੈਸ ਸੀ। ਇਹਨਾਂ ਨੇ ਕੋਈ ਐਸੀ ਸਹੁੰ ਨਹੀਂ ਸੀ ਚੁਕਾਈ ਗਈ ਕਿ ਹੁਣ ਵਾਰ ਨਹੀਂ ਕਰਨਾ ਜਾਂ ਹਥਿਆਰ ਨਹੀਂ ਚੁੱਕਣਾ। ਇਹ ਤਾਂ ਇਹ ਹੀ ਮਰਨ ਮਰਾਉਣ ਦਾ ਪ੍ਰੋਗਰਾਮ ਬਣਾ ਕੇ ਸਨ। ਕਦੋਂ ਤੱਕ ਸ਼ਾਂਤਮਈ ਰਹਿ ਕੇ ਮਾਰਾ ਖਾਂਦੇ ਰਹਾਂਗੇ। ਸਰਦਾਰ ਮਹਿਤਾਬ ਸਿੰਘ ਜੀ ਜੋ ਉਸ ਵੇਲੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਸਨ, ਘੋੜੇ ਤੇ ਸਵਾਰ ਹੋ ਕੇ ਅੱਗੇ ਮਿਲੇ ਤੇ ਜੱਥੇ ਨੂੰ ਅੱਗੇ ਜਾਣ ਤੋਂ ਕਹਿ ਕੇ ਰੋਕ ਦਿੱਤਾ ਕਿ ਅੱਗੇ ਮਸ਼ੀਨ ਗੰਨਾਂ ਹਨ, ਵੀ ਮਸ਼ੀਨ ਗੰਨਾਂ ਬੀੜੀਆਂ ਹਨ, ਅੱਗੇ ਗੋਰਾ ਫੌਜ ਹੈ। ਝੱਬਰ ਜੀ ਨੇ ਉਸ ਵੇਲੇ ਉੱਤਰ ਦਿੱਤਾ, ਹੁਣ ਪਿੱਛੇ ਮੁੜਨ ਦਾ ਸਮਾਂ ਨਹੀਂ, ਅਸੀਂ ਗੁਰਦੁਆਰੇ ਦਾ ਕਬਜ਼ਾ ਲੈਣਾ ਹੈ ਜਾਂ ਸਨਮੁਖ ਸ਼ਹੀਦ ਹੋਣਾ ਹੈ। ਸਰਦਾਰ ਮਹਿਤਾਬ ਸਿੰਘ ਜੀ ਵਾਪਸ ਮੁੜ ਗਏ। ਝੱਬਰ ਜੀ ਨੇ ਜੱਥੇ ਨੂੰ ਫਿਰ ਸੰਬੋਧਨ ਕੀਤਾ, ਖਾਲਸਾ ਜੀ, ਹੁਣ ਅਸੀਂ ਗੋਲੀ ਦੀ ਮਾਰ ਦੇ ਬਿਲਕੁਲ ਨੇੜੇ ਪੁੱਜ ਗਏ ਹਾਂ। ਖਾਲਸੇ ਦਾ ਕੰਮ ਹੈ ਅਗਾਹਾਂ ਕੂ ਤਰਾਂਗ, ਪਿੱਛਾ ਫੇਰ ਨਾ ਮੋੜੜਾ। ਜਿਸ ਵੇਲੇ ਗੋਲੀ ਚੱਲੇ ਤੁਸੀਂ ਸਭ ਨੇ ਪੂਰੇ ਜ਼ੋਰ ਨਾਲ ਗੋਰਾ ਫੌਜ ਤੇ ਹੱਲਾ ਬੋਲਣਾ ਹੈ। ਜੋ ਗੋਲੀ ਖਾ ਕੇ ਡਿੱਗ ਪਵੇ ਉਹਨੂੰ ਪਿਆ ਰਹਿਣ ਦੇਣਾ। ਅੱਗੇ ਵੱਧਦੇ ਜਾਓ ਤੇ ਹੱਥੋਂ ਹੱਥੀ ਗੋਰਿਆਂ ਤੇ ਪੈ ਕੇ ਮਸ਼ੀਨ ਗੰਨਾਂ ਖੋਲੋ। ਅਸੀਂ ਅਰਦਾਸਾ ਸੋਧ ਕੇ ਤੁਰੇ ਹਾਂ ਕਿ ਗੁਰਦੁਆਰੇ ਉੱਤੇ ਕਬਜ਼ਾ ਕਰਾਂਗੇ ਜਾਂ ਸ਼ਹੀਦ ਹੋਵਾਂਗੇ। ਜੱਥੇ ਵਿੱਚੋਂ ਕਿਸੇ ਸਿੰਘ ਨੇ ਕਹਿੰਦੇ ਨੇ ਇੰਨੀ ਜ਼ੋਰ ਦੀ ਜਕਾਰਾ ਬੁਲਾਇਆ ਕਿ ਇੱਕ ਵਾਰ ਤਾਂ ਧਰਤੀ ਵੀ ਜਿਹੜੀ ਸੀ ਉਹ ਕੰਬਦੀ ਪ੍ਰਤੀਤ ਹੋ ਗਈ। ਜਦੋਂ ਜੱਥਾ ਰੇਲਵੇ ਲਾਈਨ ਦੇ ਨੇੜੇ ਪੁੱਜਾ ਤਾਂ ਅੱਗੇ ਅੰਗਰੇਜ਼ ਅਫਸਰ ਮਿਲੇ, ਜਿਨ੍ਹਾਂ ਵਿੱਚ ਕਮਿਸ਼ਨਰ ਫੌਜੀ ਜਰਨੈਲ, ਡੀਸੀ ਸਰਦਾਰ ਮਹਿਤਾਬ ਸਿੰਘ, ਸਰਦਾਰ ਹਰਬੰਸ ਸਿੰਘ ਅਟਾਰੀ, ਭਾਈ ਜੋਤ ਸਿੰਘ, ਸਰ ਲਾਲ ਸਿੰਘ ਲਾਹੌਰ, ਇਹਨਾਂ ਨੇ ਗੱਲ ਕੀਤੀ। ਅੱਗੇ ਮਿਸਟਰ ਕਰੀ ਸੀ ਜਿਹੜਾ, ਉਹਨੇ ਅੱਗੇ ਵੱਧ ਕੇ ਝੱਬਰ ਦੇ ਜੱਥੇ ਨੂੰ ਰੋਕਣ ਲਈ ਕਿਹਾ ਤੇ ਨਾਲ ਧਮਕੀ ਦਿੱਤੀ, आगे गोरा फौज है, अगर आप आगे बढ़ोगे तो गोली चल जाएगी। तो ਝੱਬਰ जी ने जवाब दिता, आप गोली चलाओ फिर मेरे जवानों के हाथ देखो। आप गोली चलाओ और मेरे जवानों के हाथ देखो। डीसी करी ने कहा, आप कुछ इंतजार करो, गुरुद्वारे दी चाबियां कल सवेरे मिल जाएंगी। ਝੱਬਰ साहब ने कहा, चाबियां हुणे ही लैणियां ने, गुरुद्वारे तो गोरा फौज भी हुणे ही हटेगी। जब जत्थे दे ਸਿੰਘਾਂ ने सब ने हथियार अपने हत्थां विच खिच ले, ਤਿਆਰ ਬਰ ਤਿਆਰ ਹੋ ਗਏ। ਅੰਗਰੇਜ਼ ਅਫਸਰਾਂ ਨੂੰ ਕਿਹਾ, ਪਿੱਛੇ ਹਟ ਜਾਓ, ਨਹੀਂ ਤਾਂ ਨੁਕਸਾਨ ਦੇ ਅਸੀਂ ਜ਼ਿੰਮੇਵਾਰ ਨਹੀਂ, ਤੁਸੀਂ ਹੋਵੋਗੇ। ਫਿਰ ਡੀਸੀ ਕਰੀ ਨੇ 2 ਮਿੰਟਾਂ ਵਿੱਚ ਉਹ ਚਾਬੀਆਂ ਜਿਹੜੀਆਂ ਸਨ ਝੱਬਰ ਸਾਹਿਬ ਜੀ ਦੇ ਹੱਥ ਫੜਾਈਆਂ ਔਰ ਫੌਜ ਨੂੰ ਪਿੱਛੇ ਹਟਾ ਲਿਆ। ਉਸ ਵੇਲੇ 7 ਸਿੰਘਾਂ ਦੀ ਕਮੇਟੀ ਬਣਾ ਕੇ ਗੁਰਦੁਆਰੇ ਦਾ ਕਬਜ਼ਾ ਸਿੰਘਾਂ ਨੂੰ ਦਿੱਤਾ ਗਿਆ, ਜਿਸ ਦੇ ਪ੍ਰਧਾਨ ਸਾਹਿਬ ਜਸਵੰਤ ਸਿੰਘ ਜੀ ਸਨ। ਕਮੇਟੀ ਦੇ ਮੈਂਬਰ ਤੇ ਮੁਖੀ ਗੁਰਦੁਆਰੇ ਦਾ ਤਾਲਾ ਖੋਲ ਕੇ ਅੰਦਰ ਗਏ। ਜੋ ਅੰਦਰ ਵੇਖਿਆ ਉਹਨੂੰ ਤਾਂ ਬਿਆਨ ਕਰਨਾ ਵੀ ਔਖਾ ਜਾਪਦਾ ਹੈ। ਕਮੇਟੀ ਦੇ ਮੈਂਬਰਾਂ ਨੇ ਇਹ ਤੈਅ ਕੀਤਾ ਕਿ 22 ਤਰੀਕ ਨੂੰ ਸਵੇਰੇ ਇਹਨਾਂ ਸ਼ਹੀਦਾਂ ਦੇ ਦਰਸ਼ਨ ਕਰਾਏ ਜਾਣ। ਜੱਥੇ ਨੇ ਇਸਲਾਮ ਵਿੱਚ ਆਰਾਮ ਕੀਤਾ। ਸਿੰਘਾਂ ਨੂੰ ਰਾਤ ਖੁਦ ਗੁਰਦੁਆਰੇ ਦੀ ਰਖਵਾਲੀ ਕੀਤੀ। ਰਾਤ ਭਰ ਹੋਰ ਸਿੰਘਾਂ ਦੇ ਜੱਥੇ ਉੱਥੇ ਪਹੁੰਚੇ। 22 ਫਰਵਰੀ 11 ਵਜੇ ਸਿੰਘਾਂ ਨੂੰ ਅੰਦਰ ਜਾਣ ਦਾ ਹੁਕਮ ਹੋਇਆ। ਅੰਦਰ ਦਾ ਨਜ਼ਾਰਾ ਵੇਖ ਕੇ ਤਾਂ ਚੀਕਾਂ ਨਿਕਲ ਗਈਆਂ। ਜੋ ਹਾਲਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੀ ਉਹ ਬਿਆਨ ਤੋਂ ਬਾਹਰ ਹੈ। ਸਾਰਾ ਫਰਸ਼ ਲਾਲ ਹੋਇਆ ਪਿਆ। ਸਿੰਘਾਂ ਦੇ ਅੱਧ ਸੜੇ ਸਰੀਰ ਇੱਧਰ ਉੱਧਰ ਪਏ ਸਨ। ਤੇਲ ਦੇ ਪੀਪੇ ਉੱਥੇ ਜਿੱਥੇ ਕਿ ਸਰੀਰ ਮਿਲੇ ਉਹਨੂੰ ਇਕੱਠਾ ਕੀਤਾ ਗਿਆ। ਰੇਲਵੇ ਲਾਈਨਾਂ ਕੋਲੋਂ ਘੁਮਿਆਰਾਂ ਦੀਆਂ ਭੱਟੀਆਂ ਵਿੱਚੋਂ ਸਰਦਾਰ ਦਲੀਪ ਸਿੰਘ, ਸਰਦਾਰ ਗੁਰਿਆਮ ਸਿੰਘ ਦਾ ਸਰੀਰ ਕੱਢਿਆ ਗਿਆ। ਇਸ ਵੇਲੇ ਸਰਦਾਰ ਸੁੰਦਰ ਸਿੰਘ ਮਜੀਠੀਆ ਦੀ ਰਾਵਲਪਿੰਡੀ ਤੋਂ ਤਾਰ ਆਈ ਕਿ ਗਵਰਨਰ ਨੇ ਕੱਲ 23 ਫਰਵਰੀ ਨੂੰ ਇੱਥੇ ਮੌਕਾ ਦੇਖਣ ਆਉਣਾ ਹੈ। 23 ਫਰਵਰੀ ਦੀ ਸਵੇਰ ਨੂੰ ਗਵਰਨਰ ਪੰਜਾਬ ਸਮੇਤ ਉੱਥੇ ਪਹੁੰਚ ਗਿਆ। ਇਹ ਸਾਰਾ ਮੈਂ ਸੰਖੇਪ ਵਿੱਚ ਜ਼ਿਕਰ ਕਰਾਂ ਕਿ ਸਮਾਂ ਸਾਡਾ ਹੋ ਰਿਹਾ ਹੈ ਵੀ ਅੱਜ ਜਿੱਥੇ ਇਹ ਸਾਰਾ ਕੁਝ ਹੋਇਆ ਉੱਥੇ ਫਿਰ 23 ਫਰਵਰੀ ਨੂੰ ਇੱਕ ਅੰਗੀਠਾ ਤਿਆਰ ਕੀਤਾ ਗਿਆ ਪ੍ਰਕਾਸ਼ ਸਥਾਨ ਦੇ ਸਾਹਮਣੇ, ਜਿੱਥੇ ਅੱਜ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਹੈ। ਇੱਥੇ ਭਾਈ ਜੋਤ ਸਿੰਘ ਦੇ ਸ਼ਹੀਦਾਂ ਦੇ ਨਿਮਿਤ ਬਹੁਤ ਹੀ ਵਿਰਾਗਮਈ ਅਰਦਾਸਾ ਸੋਧਿਆ ਤੇ ਸ਼ਾਮ 7 ਵਜੇ 23 ਫਰਵਰੀ ਨੂੰ ਇਹਨਾਂ ਸਿੰਘਾਂ ਦਾ ਜਿਹੜਾ ਸੀ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਤੋਂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੇਕਰ ਇਸ ਦਿਨ ਨਨਕਾਣਾ ਸਾਹਿਬ ਸਿੰਘ ਨਾ ਆਉਂਦੇ ਤਾਂ ਮਹੰਤ ਜੋ 5-6 ਮਾਰਚ ਦੀ ਤਿਆਰੀ ਗੇਟ 'ਤੇ ਬੈਠਾ ਸੀ ਉਹ ਇਸ ਤੋਂ ਵੀ ਮਾੜੀ ਹੁੰਦੀ ਜੋ 20 ਫਰਵਰੀ 1921 ਨੂੰ ਵਾਪਰੀ, ਕਿਉਂਕਿ ਉਸ ਮਹੰਤ ਨੇ ਸਾਰੀ ਸਿੱਖ ਲੀਡਰਸ਼ਿਪ ਨੂੰ ਇੱਕੋ ਦਿਨ 'ਚ ਖਤਮ ਕਰਨ ਦਾ ਫੈਸਲਾ ਕਰ ਚੁੱਕਾ ਸੀ। ਅਕਾਲੀ ਇਸ ਭਿਆਨਕ ਮਹਾਸਾਕੇ ਦੇ ਕਾਰਨ ਸਗੋਂ ਡਰੇ ਨਹੀਂ, ਸਗੋਂ ਇਹਨਾਂ ਦੇ ਉਲਟ ਉਹਨਾਂ ਸ਼ਹੀਦਾਂ ਦੇ ਪੂਰਨਿਆਂ ਦੇ ਚੱਲਣ ਦਾ ਇਹਨਾਂ ਨੇ ਪ੍ਰਣ ਕਰ ਲਿਆ। ਇਸੇ ਤਰ੍ਹਾਂ ਹੀ ਇਸ ਸਾਕੇ ਨੇ ਭਾਰਤ ਦੇ ਇਤਿਹਾਸ ਦੀ ਆਜ਼ਾਦੀ ਦਾ ਇੱਕ ਮੁੱਢ ਜਿਹੜਾ ਸੀ ਉਹ ਵੀ ਬੰਨ੍ਹ ਦਿੱਤਾ। ਇਤਿਹਾਸਿਕ ਘਟਨਾਵਾਂ ਦਾ ਸਹੀ ਅਰਥਾਂ 'ਚ ਆਪਾਂ ਲਾਭ ਤਾਂ ਹੀ ਲੈ ਸਕਦੇ ਹਾਂ
ਜੇਕਰ ਅੱਜ ਦੇ ਹਾਲਾਤ ਨੂੰ ਅਸੀਂ ਦੇਖੀਏ ਤੇ ਅੱਜ ਦੇ ਹਾਲਾਤਾਂ ਨੂੰ ਸਿੱਖਿਆ ਲਈਏ, ਅੱਜ ਸਾਡੇ ਗੁਰਦੁਆਰੇ ਪ੍ਰਚਾਰ ਕੇਂਦਰ ਸੱਚਮੁੱਚ ਹੀ ਪ੍ਰਚਾਰ ਕੇਂਦਰ ਬਣਨ ਦੀ ਥਾਂ ਤੇ ਕੁਝ ਹੋਰ ਦੇ ਹੋਰ ਹੀ ਬਣੇ ਹੋਏ ਹਨ। ਵੱਡੇ ਵੱਡੇ ਇਤਿਹਾਸਕ ਗੁਰਦੁਆਰਿਆਂ ਤੋਂ ਲੈ ਕੇ ਛੋਟੀਆਂ ਸਿੰਘ ਸਭਾਵਾਂ ਤੱਕ ਵੀ, ਜਾਂ ਸਤਸੰਗ ਦਰਬਾਰ, ਗੁਰੂ ਨਾਨਕ ਦਰਬਾਰ, ਕਲਗੀਧਰ ਗੁਰਦੁਆਰੇ, ਸਾਧਾਂ ਸੰਤਾਂ ਦੇ ਡੇਰੇ, ਇਹਨਾਂ ਨੂੰ ਅੱਜ ਗੁਰਮਤਿ ਦੇ ਸੋਮੇ ਕਹਿ ਕੇ ਅਸੀਂ ਯਾਦ ਨਹੀਂ ਕਰ ਸਕਦੇ, ਕਿਉਂਕਿ ਲੋਕਤੰਤਰੀ ਢਾਂਚੇ ਨੇ, ਵੋਟਾਂ ਦੀ ਰਾਜਨੀਤੀ ਨੇ ਸਾਡੇ ਸਿੱਖਾਂ ਦੇ ਜਿਹੜਾ ਬਹੁਤ ਹੀ ਨੁਕਸਾਨ ਜਿਹੜਾ ਸਾਡਾ ਪਹੁੰਚਾ ਦਿੱਤਾ ਹੈ। ਇਸ ਡੈਮੋਕ੍ਰੇਟਿਕ ਢਾਂਚਾ ਜਿਹੜਾ ਹੈ, ਗੁਰਦੁਆਰਿਆਂ ਦੀ ਇਲੈਕਸ਼ਨ ਦਾ ਸਿਸਟਮ, ਇਹਨੇ ਸਾਡੇ ਅੰਦਰ ਸਾਰਾ ਕੁਛ ਹੀ ਜੋ ਕੁਰਾਈਆਂ ਉਸ ਵੇਲੇ ਮਹੰਤ ਕਰ ਰਹੇ ਸਨ, ਅੱਜ ਉਹ ਸਾਡੇ ਲੀਡਰ ਕਰਦੇ ਹਨ। ਲੋੜ ਹੈ ਕਿ ਅੱਜ ਅਸੀਂ ਇਹਨਾਂ ਤੋਂ, ਇਸ ਸਾਕੇ ਤੋਂ ਬਚਣ ਲਈ ਅੱਜ ਗੁਰਦੁਆਰੇ ਦੇ ਦੁਬਾਰੇ ਸਾਕੇ ਨਾ ਦੁਹਰਾਏ ਜਾਣ। ਸਾਨੂੰ ਆਪ ਹੀ ਹੁਣ ਸੁਚੇਤ ਹੋਣ ਦੀ ਲੋੜ ਹੈ। ਇਹ ਸਾਕਾ 1921 20 ਫਰਵਰੀ ਨੂੰ ਸਿੰਘ ਸ਼ਹੀਦ ਹੋਏ, 23 ਫਰਵਰੀ ਨੂੰ ਉਹਨਾਂ ਦਾ ਸੰਸਕਾਰ ਹੋਇਆ, ਤੇ ਇਹ ਦਿਨ ਤੋਂ ਫਿਰ ਜਦੋਂ ਅਸੀਂ ਯਾਦ ਕਰਦੇ ਹਾਂ, ਅੱਜ ਪੂਰਾ 100 ਸਾਲ ਉਹਨਾਂ ਦੀ ਸ਼ਹਾਦਤਾਂ ਨੂੰ ਹੋ ਗਿਆ ਵੀ 150 ਦੇ ਕਰੀਬ ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਗਏ। ਅੱਜ ਲੋੜ ਹੈ ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਵਰਗੇ ਇਮਾਨਦਾਰ, ਸੂਝਵਾਨ, ਗੁਰਮਤਿ ਵਿੱਚ ਪਰਪੱਕ ਜੀਵਨ ਵਾਲੇ, ਕੁਰਬਾਨੀ ਵਾਲੇ, ਹਰ ਲਾਲਚ ਤੋਂ ਉੱਪਰ ਉੱਠ ਕੇ ਨਖੀਲੇ ਲੀਡਰਾਂ ਦੀ, ਜੋ ਕੌਮ ਨੂੰ ਸਹੀ ਰਾਹ ਦੱਸ ਸਕਣ ਤੇ ਗੁਰਦੁਆਰਿਆਂ ਨੂੰ ਮੁੜ ਕੇ ਸਹੀ ਪ੍ਰਚਾਰ ਦੇ ਕੇਂਦਰ ਬਣਾ ਸਕਣ ਤੇ ਆਉਣ ਵਾਲੀ ਪੀੜ੍ਹੀ ਨੂੰ ਮੁੜ ਕੇ ਸਿੱਖੀ ਨਾਲ ਜੋੜ ਸਕਣ। ਆਓ ਯਤਨ ਕਰੀਏ ਕਿ ਅਸੀਂ ਆਪਣਾ ਬਣਦਾ ਯੋਗਦਾਨ ਵੀ ਇਸ ਲਹਿਰ ਵਿੱਚ ਪਾਈਏ। ਧਰਮ ਪ੍ਰਚਾਰ ਨੂੰ ਆਪ ਵੀ ਸਿੱਖੀਏ, ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ, ਸਾਰੀ ਦੁਨੀਆ ਦੇ ਵਿਚਕਾਰ ਦਾ ਢੰਡੋਰਾ ਦਿੰਦੇ ਹੋਏ ਅਸੀਂ ਵੀ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋ ਕੇ ਜਾਈਏ। ਹੋਈਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।